इन्हां दी ये बहुत छोटी सोच है। कोई असी बस च किराया लाउण च नहीं मरदे हैगे। ਕਹਿੰਦੇ ਸਾਨੂੰ ਕਿਸੇ ਦੇ ਸਿਲੰਡਰ ਨਾਲੇ ਪੈਸੇ ਕੀ ਕਰਨੇ ਨੇ। ਸਾਡੇ ਪਿੰਡ ਦੇ ਵਿੱਚ ਕੰਮ ਹੋਣਾ ਚਾਹੀਦਾ। ਇੰਨੀ ਤਾਂ ਸਾਡੇ ਪੈਲੀ ਆ, ਅਸੀਂ ਉਹਨਾਂ ਨੂੰ ਵੀ ਦੇ ਸਕਦੇ ਹਾਂ ਰੋਟੀ ਖਾਣ ਨੂੰ ਜੀ। ਠੀਕ ਹੈ, ਅਸੀਂ ਕੋਈ ਇਹਨਾਂ ਦੇ 5000 ਦੇ ਭੁੱਖੇ ਨਹੀਂ ਹੈਗੇ। ਜਦੋਂ ਅਸੀਂ ਆਪਣਾ ਐਡਾ ਬੜਾ ਪਰਿਵਾਰ ਚਲਾਉਂਦੇ ਆ, ਇਹ ਛੋਟੀਆਂ ਮੋਟੀਆਂ ਜਾਣ ਕੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ। ਇਹਨਾਂ ਦੀ ਇਹ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੈਗੀ। ਵੈਸੇ ਹੁਣ ਇਹ ਅੱਡ ਵਾਅਦੇ ਕਰ ਰਹੇ ਨੇ, ਕੱਲਾ ਕੱਲਾ ਚੰਨੀ ਆਪਣੇ ਕਰ ਰਿਹਾ, ਉਹ ਸਿੱਧੂ ਆਪਣੇ ਕਰ ਰਿਹਾ, ਪਰ ਅਸੀਂ ਜਦੋਂ ਇਹਨਾਂ ਨੂੰ ਦੇਖਦੇ ਆ ਨਾ ਹਾਸੀ ਆਉਂਦੀ ਹੈ। ਸਾਨੂੰ ਹਾਸੀ ਆਉਂਦੀ ਆ। ਉਹ ਤਾਂ ਕਹਿੰਦੇ ਵੀ ਸਾਡੀ ਗੱਲ ਸੁਣ ਰਹੇ ਹੋਣੇ ਲੋਕ, ਪਰ ਅਸੀਂ ਸੁਣਦੇ ਨਹੀਂ ਹੈਗੇ। ਅਸੀਂ ਹਾਸੀ ਆਉਂਦੀ ਆ ਵੀ ਦੇਖ ਆਪਣੀਆਂ ਛੱਡ ਰਹੇ ਨੇ ਇਹ, ਪਰ ਕਰਨਾ ਇਹਨਾਂ ਨੇ ਕਿਸੇ ਨੇ ਵੀ ਕਰਨਾ। ਅਸੀਂ ਹੁਣ ਬੰਦਾ ਪਛਾਉਣ ਲੱਗ ਗਏ। ਸਾਨੂੰ ਇੰਨੀਆਂ ਵੀ ਬੇਵਕੂਫ ਨਹੀਂ ਹੈਗੀਆਂ ਅਸੀਂ ਵੀ ਕਿਤੇ ਜਿੰਦਾਬਾਜ਼ ਮੁਰਦਾਬਾਜ਼ੀ ਕਰਨਾ ਹੁੰਦਾ। ਇਹਨਾਂ ਨੂੰ ਇਹ ਲੀਡਰੀ ਚ ਆਉਣ ਦੀ ਲੋੜ ਨਹੀਂ ਸੀ। ਇਹ ਸਿਰਫ ਤੇ ਸਿਰਫ ਆਪਣੀ ਰੋਟੀਆਂ ਸੇਕੀਆਂ ਨੇ ਇਹਨਾਂ ਨੇ। ਅੱਧੇ ਜ਼ਿਆਦਾ ਤੋਂ ਵਿੱਚ ਲੀਡਰਾਂ ਨੂੰ, ਕਿਸਾਨਾਂ ਨੂੰ ਸਾਨੂੰ ਬਹੁਤ ਨਫ਼ਰਤ ਹੈ ਜਿਹੜੇ ਇਹ ਚ ਗਏ ਨੇ ਵੋਟਾਂ। 750 ਕਿਸਾਨ ਸ਼ਹੀਦ ਹੋ ਗਿਆ। ਉਹਨੇ ਇੱਕ ਦਿਨ ਵੀ ਐ ਨਹੀਂ ਕਿਹਾ ਵੀ ਭਾਈ ਮੈਂ ਉਹਨਾਂ ਦਾ ਕੋਈ ਸਤਿਕਾਰ ਕਰਾਂ ਸ਼ਹੀਦਾਂ ਦਾ ਬੁਲਾ ਕੇ, ਜਾਂ ਉਹਨੂੰ ਕੋਈ ਠੇਸ ਨਹੀਂ ਪਹੁੰਚੀ। ਉਹ ਤਾਂ ਮੈਂ ਕਹਿੰਦੀ ਹਾਂ ਵੀ ਅਸੀਂ ਉਹਦੇ ਕੋਲ ਪੈਰ ਕਰਕੇ ਵੀ ਨਹੀਂ ਸੌਂਦੇ। ਨਾ ਹੀ ਸਾਡੇ ਬੰਦੇ ਦਾ ਕੋਈ ਅੱਜ ਪ੍ਰਧਾਨ ਮੰਤਰੀ ਹੈ, ਨਾ ਹੀ ਸਾਡੇ ਬੰਦੇ ਦਾ ਕੋਈ ਕੁਛ ਲੱਗਦਾ ਸੀ। ਅਸੀਂ ਇੱਥੋਂ ਪੰਜਾਬ 'ਚ ਵੀ ਡਿਊਟੀ ਦਿੱਤੀ ਹੈ, ਅਸੀਂ ਟੂਲ ਪਲਾਜ਼ਾ ਤੇ ਵੀ ਡਿਊਟੀ ਦਿੱਤੀ ਹੈ, ਅਸੀਂ ਰਿਲਾਇੰਸ ਮਾਲ ਵੀ ਘੇਰਿਆ ਹੋਇਆ ਸੀ। ਅਸੀਂ ਹੁਣ ਵੀ ਨਹੀਂ ਕਿਸੇ ਤੋਂ ਡਰਦੀਆਂ ਕਿ ਅਗਲਾ ਕਹੂਗਾ ਇਹਨਾਂ ਨੇ ਰਿਲਾਇੰਸ ਮਾਲ ਕੋਈ ਰਸਿਆ ਟੂਲ ਪਰ ਡਿਊਟੀ ਅਸੀਂ ਦਈ ਹੈ। ਸਾਲ ਇੱਕ ਪੂਰਾ ਦਈ ਹੈ, ਡਟ ਕੇ ਦਈ। ਤੇ ਅਸੀਂ ਪਿੱਛੇ ਨਹੀਂ ਹਟਦੀਆਂ ਹੈਗੀਆਂ। ਜੇ ਇਹ ਕਹਿਣ ਨਾ ਵੀ ਹੁਣ ਸਹੀ ਮੋਰਚਾ ਜਿੱਤਿਆ ਗਿਆ ਜੀ, ਹੁਣ ਆਪਣੀ ਮਰਜ਼ੀ ਕਰਾਂਗੇ ਅਸੀਂ ਕਿਸੇ ਨੂੰ ਆਪਣੇ ਪੰਜਾਬ ਤੇ ਮਨ ਮਰਜ਼ੀ ਨਹੀਂ ਕਰਦੇ ਜਿੱਥੇ ਤੱਕ ਸਾਡੀ ਸੋਚ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਅੱਜ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦਾ ਦੌਰਾ ਸ਼ੁਰੂ ਕਰ ਰਹੀ ਹਾਂ ਔਰ ਇਸ ਦੌਰੇ ਦੀ ਸ਼ੁਰੂਆਤ ਕਰ ਰਹੀ ਹਾਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਦੌਣ ਕਲਾਂ ਤੋਂ। ਬਹੁਤ ਸਾਰੀਆਂ ਗੱਲਾਂ ਦੇ ਵਿੱਚ ਬੀਬੀਆਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਸੀ ਕਿਉਂਕਿ ਆਮ ਤੌਰ ਤੇ ਕੁਝ ਸ਼ਬਦ ਆ ਕਿ ਗਿੱਚੀ ਪਿੱਛੇ ਮੱਤ ਹੈ ਜੀ, ਇਹਨੂੰ ਤਾਂ ਅਕਲ ਨਹੀਂ ਹੈ, ਇਹਨੂੰ ਤਾਂ ਕੁਝ ਪਤਾ ਨਹੀਂ ਆ। ਔਰ ਬਹੁਤੀ ਵਾਰੀ ਪੰਜਾਬ ਦੇ ਪਿੰਡਾਂ 'ਚ ਇਹੀ ਹੁੰਦਾ ਹੈ ਕਿ ਬੀਬੀ ਸਰਪੰਚ ਹੁੰਦੀ ਹੈ ਪਰ ਸਰਪੰਚੀ ਉਹਦਾ ਘਰ ਵਾਲਾ ਕਰਦਾ। ਪਰ ਇਸ ਕਿਸਾਨੀ ਮੋਰਚੇ ਨੇ ਇਹ ਦੱਸ ਦਿੱਤਾ ਕਿ ਹਰ ਸੰਘਰਸ਼ ਦੀ ਜਿੱਤ ਦੇ ਪਿੱਛੇ ਬੀਬੀਆਂ ਦਾ, ਔਰਤਾਂ ਦਾ ਵੱਡਾ ਹੱਥ ਹੁੰਦਾ। ਤੇ ਇਹਨਾਂ ਬੀਬੀਆਂ ਨੇ ਇਸ ਵਾਰੀ ਦਿੱਲੀ ਮੋਰਚੇ ਦੀ ਜਿੱਤ ਦੇ ਵਿੱਚ ਆਪਣੀ ਭਾਗੀਦਾਰੀ ਦਿਖਾ ਕੇ ਇਹ ਸਾਬਿਤ ਕਰ ਦਿੱਤਾ ਕਿ ਸਾਡੇ ਬਿਨਾਂ ਤੁਹਾਡੀ ਕਿਸੇ ਦੀ ਵੀ ਗਤੀ ਨਹੀਂ ਆ। ਸੋ ਹੁਣ ਮੇਰੀ ਕੋਸ਼ਿਸ਼ ਇਹ ਆ ਕਿ ਹਮੇਸ਼ਾ ਅਸੀਂ ਪਿੰਡ ਦੇ ਲੋਕਾਂ ਤੋਂ, ਖਾਸ ਤੌਰ ਤੇ ਮਰਦਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਰਾਜਨੀਤੀ ਕਿਵੇਂ ਦੀ ਹੋਣੀ ਚਾਹੀਦੀ ਆ, ਜਾਂ ਹੁਣ ਤੱਕ ਜਿਨ੍ਹਾਂ ਲੋਕਾਂ ਨੇ ਰਾਜਨੀਤੀ ਕੀਤੀ ਆ, ਸੱਤਾ ਦੇ ਉੱਤੇ ਕਾਬਜ਼ ਰਹੇ ਆ, ਉਹਨਾਂ ਨੇ ਇਹਨਾਂ ਲੋਕਾਂ ਦੇ ਭਲੇ ਲਈ ਕੀ ਕੀਤਾ। ਔਰ ਖਾਸ ਤੌਰ ਤੇ ਔਰਤਾਂ ਦੇ ਲਈ ਬੜੇ ਸਾਰੇ ਆਫਰ ਦਿੰਦੀਆਂ ਨੇ ਹਰ ਸਰਕਾਰਾਂ, ਪਰ ਉਹਨਾਂ ਦੀ ਭਾਗੀਦਾਰੀ ਰਾਜਨੀਤੀ ਦੇ ਵਿੱਚ ਕਿਵੇਂ ਦੀ ਹੋਣੀ ਚਾਹੀਦੀ ਹੈ। ਜੇ ਸਰਪੰਚੀ ਬੀਬੀ ਜਿੱਤਦੀ ਆ ਪਰ ਕਰਦਾ ਘਰ ਵਾਲਾ ਹੈ, ਉਹਨਾਂ ਚੀਜ਼ਾਂ ਦੇ ਉੱਤੇ ਸੁਣਵਾਈ ਔਰਤਾਂ ਦੀ ਕਿਉਂ ਨਹੀਂ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਪਿੰਡ ਦੌਣ ਕਲਾਂ ਦੀਆਂ ਕੁਝ ਬੀਬੀਆਂ ਦੇ ਨਾਲ ਗੱਲਬਾਤ ਕਰਨ ਦੀ ਸ਼ੁਰੂਆਤ ਕਰ ਰਹੀ ਹਾਂ। ਬਾਰਿਸ਼ ਬਾਹਰ ਬਹੁਤ ਜ਼ਿਆਦਾ ਹੈ, ਮੌਸਮ ਜਿਹੜਾ ਖਰਾਬ ਹੋ ਚੁੱਕਿਆ, ਤੇ ਇੱਕ ਘਰ ਦੇ ਵਿੱਚ ਮੈਨੂੰ ਐਂਟਰ ਕਰਕੇ ਮਾਵਾਂ ਦੇ ਨਾਲ ਗੱਲ ਕਰਨੀ ਪੈ ਰਹੀ ਆ। ਸੋ ਇਹਨਾਂ ਤੋਂ ਜਾਣਦੇ ਆ ਕਿ ਇਹ ਕਿਵੇਂ ਦਾ ਪੰਜਾਬ ਚਾਹੁੰਦੀਆਂ ਨੇ, ਖਾਸ ਤੌਰ ਤੇ ਉਦੋਂ ਜਦੋਂ ਇਹਨਾਂ ਮਾਵਾਂ ਨੇ ਆਪਣੇ ਘਰ ਦੇ ਚੁੱਲ੍ਹਿਆਂ ਤੋਂ ਉੱਠ ਕੇ ਦਿੱਲੀ ਦੇ ਵਿੱਚ ਸਟੇਜਾਂ ਤੇ ਗੱਜੀਆਂ ਔਰ ਚੰਗੀ ਤਰ੍ਹਾਂ ਸੰਘਰਸ਼ ਦੇ ਵਿੱਚ ਭਾਗ ਲੈਂਦਿਆਂ ਹੋਇਆਂ ਕੇਂਦਰ ਸਰਕਾਰ ਦੀਆਂ ਗੋਡਣੀਆਂ ਲਵਾਈਆਂ। ਸੋ ਇਹਨਾਂ ਮਾਵਾਂ ਨੂੰ ਆਪਣੀ ਗੱਲ ਕਹਿਣੀ ਆ ਗਈ ਆ, ਚੁੱਲ੍ਹਿਆਂ ਤੋਂ ਉੱਠ ਕੇ ਇਹਨਾਂ ਨੂੰ ਆਪਣੇ ਹੱਕ ਲੈਣੇ ਆ ਗਏ ਆ। ਤੇ ਦੇਖਾਂਗੇ ਇਹ ਕਿ ਹੁਣ ਪੰਜਾਬ ਦੇ ਵਿੱਚ ਵੀ ਇਹ ਰਾਜਨੀਤੀ ਦੇ ਵਿੱਚ ਕੁਝ ਬਦਲਾਅ ਕਰਨ ਦੀਆਂ ਇੱਛੁਕ ਹੈਗੀਆਂ ਜਾਂ ਨਹੀਂ ਹੈਗੀਆਂ। ਪਹਿਲੀ ਮਾਂ ਦੇ ਨਾਲ ਗੱਲ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕਿਵੇਂ ਦੀ ਰਾਜਨੀਤੀ ਚਾਹੁੰਦੀਆਂ ਨੇ। ਸਤਿ ਸ਼੍ਰੀ ਅਕਾਲ ਮਾਂ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਜਿੰਦਰ ਕੌਰ, ਦੌਣ ਕਲਾਂ। ਦਿੱਲੀ ਮੋਰਚੇ ਦੇ ਵਿੱਚ ਜਿੱਤ ਕੇ ਆਏ ਆ ਔਰ ਬੜਾ ਰੱਜ ਕੇ ਤੁਸੀਂ ਭਾਗ ਲਿਆ ਔਰ ਜਿੱਤ ਕੇ ਵੀ ਮੁੜੀਆਂ। ਕੀ ਲੱਗਦਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਤੌਰ ਤੇ, ਜਿਵੇਂ ਹੁਣ ਮੈਂ ਪਹਿਲਾਂ ਬੋਲਿਆ ਵੀ ਬੀਬੀ ਸਰਪੰਚ ਨਹੀਂ ਹੁੰਦੀ ਆ, ਸਰਪੰਚੀ ਕਰਦਾ ਉਹਦਾ ਘਰ ਵਾਲਾ, ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਔਰਤਾਂ ਨੂੰ ਐਵੇਂ ਹੀ ਪਿੱਛੇ ਕਰ ਦਿੱਤਾ ਜਾਂਦਾ। ਪਹਿਲੇ ਵੀ ਜਿੰਨੇ ਸੰਘਰਸ਼ ਲੜੇ ਆ ਔਰ ਉਹਨਾਂ ਬੀਬੀਆਂ ਨੂੰ ਹਮੇਸ਼ਾ ਹੀ ਹੋਇਆ ਹੈ ਨਾ ਕਿ ਬਹੁਤ ਕੁਝ ਸਿਹਾ, ਚਾਹੇ 1947 ਦੀ ਜੰਗ ਹੋਵੇ ਜਾਂ ਆਮ ਤੌਰ ਤੇ ਕਿਸੇ ਵੀ ਦੇਸ਼ ਨਾਲ ਕੋਈ ਜੰਗ ਲੱਗੇ ਤੇ ਔਰਤਾਂ ਦੇ ਸਰੀਰ ਦੇ ਉੱਤੇ
ਮਰਦਾਂ ਤੋਂ ਬਦਲਾ ਲੈਣ ਦੇ ਲਈ ਅਟੈਕ ਕਰਦੇ ਆ। ਤੇ ਲੱਗਦਾ ਹੈ ਕਿ ਵੀ ਅੱਜ ਤੱਕ ਤੁਹਾਡੀਆਂ ਕੁਰਬਾਨੀਆਂ ਦਾ ਕਦੇ ਮੁੱਲ ਨਹੀਂ ਸੀ ਪਿਆ, ਪਰ ਇਸ ਮੋਰਚੇ ਤੋਂ ਬਾਅਦ ਤੁਸੀਂ ਦਿਖਾ ਦਿੱਤਾ ਕਿ ਅਸੀਂ ਬਰਾਬਰ ਦੀਆਂ ਭਾਗੀਦਾਰ ਰਹਿ ਸਕਦੇ। ਹਾਂਜੀ, ਪਹਿਲਾਂ ਸਾਨੂੰ ਇਸ ਗੱਲਾਂ ਦਾ ਕੋਈ ਨਹੀਂ ਸੀ ਪਤਾ ਕੀ ਚੀਜ਼ ਮੋਰਚਾ ਹੁੰਦਾ ਹੈ, ਕੌਣ ਕਿਸਾਨ ਜਥੇਬੰਦੀ ਹੁੰਦੀ ਹੈ ਜਾਂ ਕੀ ਗੱਲ ਹੁੰਦੀ ਹੈ, ਸਾਨੂੰ ਕੁਛ ਨਹੀਂ ਤਾਂ ਪਤਾ ਸੀ। ਚੁੱਲ੍ਹੇ ਤੋਂ ਹੀ ਉੱਠ ਕੇ ਮਤਲਬ ਜਦੋਂ ਸਾਨੂੰ ਪਤਾ ਲੱਗਿਆ ਕਿ ਮੋਦੀ ਸਰਕਾਰ ਨੇ ਸਾਡੇ ਲਈ 3 ਕਾਲੇ ਕਾਨੂੰਨ ਬਣਾਏ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਜਦੋਂ ਸਾਡੇ ਕਿਸਾਨ ਵੀਰ ਨੌਜਵਾਨ ਸਾਰੇ ਘਰਾਂ ਚੋਂ ਨਿਕਲ ਗਏ, ਉਸੇ ਟਾਈਮ ਤੋਂ ਉਸੇ ਦਿਨ ਤੋਂ ਅਸੀਂ ਆਪਣਾ ਘਰਦਿਆਂ ਨੂੰ ਕਹਿ ਦਿੱਤਾ ਸੀ ਵੀ ਹੁਣ ਨਹੀਂ ਅਸੀਂ ਚੱਲ ਸਕਦੇ, ਹੁਣ ਸਾਡੇ ਘਰ ਤੇ ਬਣ ਗਈ। ਅਸੀਂ ਸਾਰੀਆਂ ਬੀਬੀਆਂ ਨੇ ਉਰੇ ਇੱਕ ਗਰੁੱਪ ਬਣਾਇਆ ਦੌਣ ਕਲਾਂ ਦੇ ਵਿੱਚ, ਉੱਥੋਂ ਫਿਰ ਅਸੀਂ ਦਿੱਲੀ ਨੂੰ ਚਾਲੇ ਪਾਤੇ ਸੀ। ਅਸੀਂ ਇੱਥੋਂ ਪੰਜਾਬ 'ਚ ਵੀ ਡਿਊਟੀ ਦਿੱਤੀ, ਅਸੀਂ ਟੂਲ ਪਲਾਜ਼ਾ ਤੇ ਵੀ ਡਿਊਟੀ ਦਿੱਤੀ ਹੈ, ਅਸੀਂ ਰਿਲਾਇੰਸ ਮਾਲ ਵੀ ਘੇਰਿਆ ਹੋਇਆ ਸੀ। ਅਸੀਂ ਹੁਣ ਵੀ ਨਹੀਂ ਕਿਸੇ ਤੋਂ ਡਰਦੀਆਂ ਕਿ ਅਗਲਾ ਕਹੂਗਾ ਇਹਨਾਂ ਨੇ ਰਿਲਾਇੰਸ ਮਾਲ ਘੇਰਿਆ ਸੀ, ਟੂਲ ਪਰ ਡਿਊਟੀ ਅਸੀਂ ਦਈ ਹੈ, ਸਾਲ ਇੱਕ ਪੂਰਾ ਦਈ ਹੈ, ਡਟ ਕੇ ਦਈ ਹੈ। ਜੇ ਲੋੜ ਪੈ ਜੂਗੀ ਤੇ ਦੁਬਾਰਾ ਵੀ ਤੁਸੀਂ ਹਾਂਜੀ ਹਾਂਜੀ, ਅਸੀਂ ਪਿੱਛੇ ਨਹੀਂ ਹਟਦੀਆਂ ਹੈਗੀਆਂ। ਜੇ ਇਹ ਕਹਿਣ ਨਾ ਵੀ ਹੁਣ ਸਹੀ ਮੋਰਚਾ ਜਿੱਤਿਆ ਗਿਆ ਜੀ, ਹੁਣ ਆਪਣੀ ਮਰਜ਼ੀ ਕਰਾਂਗੇ, ਅਸੀਂ ਕਿਸੇ ਨੂੰ ਆਪਣੇ ਪੰਜਾਬ ਤੇ ਮਨ ਮਰਜ਼ੀ ਨਹੀਂ ਕਰਦੇ, ਜਿੱਥੇ ਤੱਕ ਸਾਡੀ ਸੋਚ ਹੈ। ਮਾਂ ਮੈਂ ਇਹ ਜਾਣਨਾ ਚਾਹੁੰਦੀ ਹਾਂ ਵੀ ਹੁਣ ਇਲੈਕਸ਼ਨ ਸਿਰ ਦੇ ਉੱਤੇ ਆ ਗਈਆਂ ਤੇ ਸਾਰੇ ਦੇ ਸਾਰੇ ਰਾਜਨੀਤਿਕ ਲੀਡਰ, ਚਾਹੇ ਉਹ ਨਵਜੋਤ ਸਿੰਘ ਸਿੱਧੂ ਜੀ ਹੋਣ, ਚੰਨੀ ਜੀ ਹੋਣ, ਇੱਕ ਪਾਰਟੀ ਦੇ ਵਿੱਚ ਆ, ਚਾਹੇ ਕੋਈ ਵੀ, ਉਹ ਅਲੱਗ-ਅਲੱਗ ਤਰ੍ਹਾਂ ਦੇ ਆਫਰ ਦੇ ਰਹੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਿਰਫ ਇਹੀ ਰਾਜਨੀਤਿਕਾਂ ਤੋਂ ਚਾਹੀਦਾ ਹੁੰਦਾ ਕਿ ਕੋਈ ਤੁਹਾਨੂੰ 1000 ਰੁਪਈਆ ਦੇਵੇ, ਕੋਈ ਤੁਹਾਨੂੰ 2000 ਰੁਪਈਆ ਦੇਵੇ, ਕੋਈ ਤੁਹਾਡਾ ਬੱਸਾਂ ਦਾ ਕਿਰਾਇਆ ਫ੍ਰੀ ਕਰ ਦੇਵੇ, ਜਾਂ ਇਸ ਤੋਂ ਵੱਧ ਕੇ ਕੁਝ ਹੋਰ ਚਾਹੀਦਾ? ਨਹੀਂ ਜੀ, ਇਹਨਾਂ ਦੀ ਇਹ ਬਹੁਤ ਛੋਟੀ ਸੋਚ ਹੈ। ਕੋਈ ਅਸੀਂ ਬੱਸ 'ਚ ਕਿਰਾਇਆ ਲਾਉਣ 'ਚ ਨਹੀਂ ਮਰਦੇ ਹੈਗੇ, ਜਦੋਂ ਅਸੀਂ ਆਪਣਾ ਐਡਾ ਬੜਾ ਪਰਿਵਾਰ ਚਲਾਉਂਦੇ ਆ। ਇਹ ਛੋਟੀਆਂ ਮੋਟੀਆਂ ਜਾਣ ਕੇ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ। ਇਹਨਾਂ ਦੀ ਇਹ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੈਗੀ। ਵੈਸੇ ਹੁਣ ਇਹ ਅੱਡ ਵਾਅਦੇ ਕਰ ਰਹੇ ਨੇ, ਕੱਲਾ ਕੱਲਾ ਚੰਨੀ ਆਪਣੇ ਕਰ ਰਿਹਾ, ਉਹ ਸਿੱਧੂ ਆਪਣੇ ਕਰ ਰਿਹਾ, ਪਰ ਅਸੀਂ ਜਦੋਂ ਇਹਨਾਂ ਨੂੰ ਦੇਖਦੇ ਆ ਨਾ ਹਾਸੀ ਆਉਂਦੀ ਹੈ ਵੀ ਇਹ ਕਿੰਨੇ ਡਰਾਮੇਬਾਜ਼ ਨੇ, ਕਿਉਂ ਅਸੀਂ ਬੀਤ ਰਹੇ ਹਾਂ ਇਹਨਾਂ ਗੱਲਾਂ ਚੋਂ, ਸਾਨੂੰ ਹਾਸੀ ਆਉਂਦੀ ਆ। ਉਹ ਤਾਂ ਕਹਿੰਦੇ ਵੀ ਸਾਡੀ ਗੱਲ ਸੁਣ ਰਹੇ ਹੋਣੇ ਲੋਕ, ਪਰ ਅਸੀਂ ਸੁਣਦੇ ਨਹੀਂ ਹੈਗੇ। ਅਸੀਂ ਹਾਸੀ ਆਉਂਦੀ ਆ ਵੀ ਦੇਖ ਆਪਣੀਆਂ ਛੱਡ ਰਹੇ ਨੇ ਇਹ, ਪਰ ਕਰਨਾ ਇਹਨਾਂ ਨੇ ਕਿਸੇ ਨੇ ਵੀ ਕੱਖ ਨਹੀਂ। ਕੇਜਰੀਵਾਲ ਸਾਹਿਬ ਨੇ ਜਦੋਂ 1000 ਰੁਪਈਆ ਲਾਉਂਦੇ ਸੀ, ਉਹ ਕਹਿੰਦੇ ਵੀ ਮੈਂ ਸੱਤਾ ਦੇ ਵਿੱਚ ਆ ਜਾਵਾਂ ਤੇ ਮੈਂ 1000 ਰੁਪਈਆ ਹਰ ਔਰਤ ਨੂੰ ਦਿਆ ਕਰੂੰਗਾ। ਉਦੋਂ ਸਿੱਧੂ ਸਾਹਿਬ ਨੇ ਕਿਹਾ ਵੀ ਸਾਡੇ ਪੰਜਾਬ ਦੀਆਂ ਔਰਤਾਂ ਭਿਖਾਰੀ ਨਹੀਂ ਹੈਗੀਆਂ, ਉਹ ਭੀਖ ਨਹੀਂ ਮੰਗਦੀਆਂ। ਹੁਣ ਉਹਨਾਂ ਨੇ ਕਹਿ ਦਿੱਤਾ ਵੀ ਮੈਂ 2-2000 ਰੁਪਏ ਦਊਂਗਾ, ਜਿਹੜੀਆਂ ਕੁੜੀਆਂ ਵੱਧ ਪੜ ਜਾਣਗੀਆਂ 5000, 20000 ਤੇ 8 ਸਿਲੰਡਰ। ਉਹ ਸਕੂਟਰੀਆਂ ਵੀ ਕਹਿੰਦੇ, ਉਹ ਬਹੁਤ ਕੁਝ ਕਹਿੰਦੇ, ਪਰ ਨਾ ਤਾਂ ਹਲੇ ਜੋਗਲ ਕੇਜਰੀਵਾਲ ਆ ਕੇ ਇੱਥੇ ਕੁਝ ਕਰੂਗਾ ਤਾਂ ਹੀ ਸਾਨੂੰ ਸੱਚ ਆਊਗਾ। ਜੇ ਮੈਂ ਤੈਨੂੰ ਕਹਾਂ ਵੀ ਹਾਂ ਜੀ ਕੇਜਰੀਵਾਲ ਕਰੂਗਾ, ਸਾਨੂੰ ਕੋਈ ਨਹੀਂ ਪਤਾ। ਸਾਨੂੰ ਤਾਂ ਇਹ ਵੀ ਹੈਗਾ ਵੀ ਕੀ ਪਤਾ ਉਹਨਾਂ ਵਰਗਾ ਹੀ ਇਹ ਹੋਵੇ, ਕਿ ਜਦੋਂ ਸਾਨੂੰ ਹਲੇ ਭਰੋਸਾ ਹੀ ਉੱਠਿਆ ਹੋਇਆ ਲੀਡਰਾਂ ਤੋਂ, ਚਾਹੇ ਅਕਾਲੀ ਹੈ ਚਾਹੇ ਕਾਂਗਰਸ ਹੈ। ਅੱਜ ਤੱਕ ਇਹਨਾਂ ਨੇ ਵਾਅਦੇ ਕੀਤੇ ਨੇ, ਪੂਰਾ ਕੋਈ ਨਹੀਂ ਕੀਤਾ। ਇਹਨਾਂ ਨੇ ਕਾਂਗਰਸ ਨੇ ਕੀਤਾ ਸੀ ਕਿ ਮੈਂ ਕਰਜ਼ਾ ਮਾਫ ਕਰੂੰਗਾ। ਮੇਰੀ ਖੁਦ ਦੀ ਮਾਫੀ ਆਈ ਸੀ, ਮੈਨੂੰ ਲਿਸਟ 'ਚ ਨਾਂ ਆ ਗਿਆ ਵੀ ਤੇਰੀ ਮਾਫੀ ਹੋ ਚੁੱਕੀ ਹੈ, ਜੋ ਸਾਡੀ ਮਤਲਬ ਕਰਜ਼ਾ ਸੀ ਉਹਦਾ ਮੈਂ ਫਾਰਮ ਭਰ ਕੇ ਬੈਂਕ ਨੂੰ ਦੇ ਆਈ। ਪਰ ਉਹ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਫਾਰਮ ਕਿੱਥੇ ਚਲਾ ਗਿਆ, ਉਹ ਮੇਰੀ ਮਾਫੀ ਕਿਹਦੀ ਜੇਬ 'ਚ ਚਲੀ ਗਈ। ਮੈਂ ਪੁੱਛਣਾ ਚਾਹੁੰਦੀ ਐ ਵੀ ਸੈਂਟਰ ਨੇ ਕਰਤੀ ਜਾਂ ਸਰਕਾਰ ਨੇ ਕਰਤੀ, ਉਹ ਕਿੱਥੇ ਚਲੀ ਗਈ? ਮੇਰੇ ਤੱਕ ਤਾਂ ਪਹੁੰਚੀ ਨਹੀਂ ਹਲੇ। ਮੈਂ ਤਾਂ ਉਸ ਤਰ੍ਹਾਂ ਹੀ ਕਿਸ਼ਤਾਂ ਭਰ ਰਹੀ ਹਾਂ। ਮਾਂ ਸਾਰੇ ਕਹਿੰਦੇ ਆ ਨਾ, ਆਪਾਂ ਨੂੰ ਉੱਥੇ ਵੀ ਕਿਸਾਨ ਆਗੂਆਂ ਨੇ ਕਿਹਾ ਵੀ ਕੋਈ ਵੀ ਪਾਰਟੀ ਜਿਹੜੀ ਆ ਉਹ ਘੱਟੋ ਘੱਟ ਦਿੱਲੀ ਮੋਰਚੇ ਦੇ ਵਿੱਚ ਦਾ ਨਾ ਆਵੇ ਰਾਜਨੀਤਿਕ ਪਾਰਟੀ। ਜੇ ਸਾਰੀਆਂ ਰਾਜਨੀਤਿਕ ਪਾਰਟੀਆਂ ਮਾੜੀਆਂ ਹੈ, ਫਿਰ ਇਹਦਾ ਹੱਲ ਕੀ ਹੋ ਸਕਦਾ? ਹੱਲ ਤਾਂ ਇਹ ਹੈ ਜੀ, ਹੁਣ ਜਿਵੇਂ ਕੇਜਰੀਵਾਲ ਕਹਿੰਦਾ ਮੈਂ ਕਰੂੰਗਾ, ਅਸੀਂ ਤਾਂ ਕਹਿੰਦੇ ਆ ਵੀ ਜਿਵੇਂ 5-5 ਸਾਲ ਸਭ ਨੂੰ ਦੇਖ ਲਿਆ ਸੀ, ਅਜਮਾ ਲਿਆ। ਦੇਖੋ 60 ਸਾਲ ਤੋਂ ਇਹਨਾਂ ਦੀ ਅਸੀਂ ਪੂਜਾ ਕਰਦੇ ਆ ਰਹੇ, ਇਹਨਾਂ ਨੇ ਤਾਂ ਕੁਛ ਨਹੀਂ ਸਾਡੇ ਪੱਲੇ ਪਿਆ। ਅਸੀਂ ਕਹਿੰਦੇ ਵੀ ਬਦਲਾਅ ਆਉਣਾ ਚਾਹੀਦਾ। ਹਾਂ ਵੀ ਚਲੋ, ਹਾਂ ਉਹ ਮੰਨਦੇ ਆ, ਅਸੀਂ ਵੀ ਉਹਨੂੰ ਮੌਕਾ ਦੇ ਕੇ ਦੇਖਦੇ ਆ ਵੀ ਖਬਰ ਹੈ ਕੋਈ ਸੁਧਾਰ ਕਰੇ। ਜੇ 5 ਸਾਲ ਉਹਨੇ ਵੀ ਸਾਡੇ ਕੋਲ ਇਹੀ ਕਰਿਆ, ਫਿਰ ਉਹ ਵੀ ਸਾਡੇ ਤੋਂ ਨਫ਼ਰਤ ਹੋ ਜਾਊਗਾ। ਤੁਸੀਂ ਕਿਸਾਨੀ ਮੋਰਚੇ 'ਚ ਡਟੇ ਰਹੇ ਆ ਤੇ ਬਹੁਤ ਸਾਰੇ ਕਿਸਾਨ ਆਗੂ, ਰਾਜੇਵਾਲ ਸਾਹਿਬ, 10 ਕੁ ਜਥੇਬੰਦੀਆਂ ਉਹ ਵੀ ਸੱਤਾ ਦੇ ਵਿੱਚ ਆ ਗਈਆਂ ਤੇ ਉਹ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀਆਂ, ਮਾਫ ਕਰਨਾ, ਤੇ ਉਹਨਾਂ ਨੇ ਵੀ ਆਪਣੀ ਇੱਕ ਪਾਰਟੀ ਬਣਾ ਲਈ। ਉਹਨਾਂ ਨੂੰ ਸਮਰਥਨ ਨਹੀਂ ਜਾਊਗਾ? ਨਹੀਂ, ਕਈ ਕਿਸਾਨ ਲੀਡਰ ਤੇ ਅਸੀਂ ਪਹਿਲੀ ਘਰਾਂ, ਚਾਹੇ ਉਹ ਸਾਡੇ ਨਾਲ ਲੜ ਰਹੇ ਸੀ, ਖੜੇ ਸੀ, ਪਰ ਸਾਨੂੰ ਅਸੀਂ ਹੁਣ ਬੰਦਾ ਪਛਾਣਨ ਲੱਗ ਗਈਆਂ। ਸਾਨੂੰ ਇੰਨੀਆਂ ਵੀ ਬੇਵਕੂਫ ਨਹੀਂ ਹੈਗੀਆਂ ਅਸੀਂ ਵੀ ਕਿਤੇ ਜਿੰਦਾਬਾਜ਼ ਮੁਰਦਾਬਾਜ਼ੀ ਕਰਨਾ ਆਉਂਦਾ। ਸਾਨੂੰ ਪਤਾ ਲੱਗਦਾ ਸੀ ਕਿ ਇਹ ਲੀਡਰ ਦੀ, ਜੋ ਕਿਸਾਨੀ ਲੀਡਰ ਹੈ, ਇਹਦੀ ਸੋਚ ਹੈ ਵੀ ਮੈਂ ਆਪਣਾ ਮੂਹਰੇ ਆਵਾਂ, ਡਰਾਮੇਬਾਜ਼ੀ ਕਰਾਂ ਕਿ ਮੈਂ ਵੋਟਾਂ 'ਚ ਖੜਾਂ। ਅਸੀਂ ਉਹ ਤਾਂ ਹੁਣ ਖੜੇ ਨੇ, ਅਸੀਂ ਪਹਿਲਾਂ ਹੀ ਕਹਿਤਾ ਸੀ ਵੀ ਇਹ ਡਰਾਮੇਬਾਜ਼ੀਆਂ ਕਰ ਰਿਹਾ। ਤੁਹਾਨੂੰ ਵਧੀਆ ਨਹੀਂ ਲੱਗਿਆ ਉਹਨਾਂ ਦਾ? ਨਹੀਂ ਜੀ ਨਹੀਂ, ਕੁਛ ਵੀ ਵਧੀਆ ਨਹੀਂ ਲੱਗਿਆ। ਜੋ ਕਿਸਾਨ ਬਰਖਲਾਫ ਗਏ ਨੇ, ਦੇਖੋ ਸਾਡੇ ਅਜੇ ਬਹੁਤ ਮੁੱਦੇ ਪਏ ਨੇ ਮੋਦੀ ਸਾਹਿਬ ਕੋਲ, ਜਿਹੜੇ ਵੀ ਉਹਨਾਂ ਨੇ ਸਾਡੇ ਮਤਲਬ ਮਾਫ ਕਰਨਾ ਸੀ। ਜਿਵੇਂ ਯੂਪੀ ਦਾ ਹੋ ਗਿਆ,
ਹਾਲੇ ਉਹ ਅਜੇ ਮਿਸਰਾ ਨੂੰ ਸਸਪੈਂਡ ਨਹੀਂ ਕੀਤਾ ਗਿਆ। ਉਹ ਸਾਡੇ ਅੰਦਰ ਵਿਰੋਧ ਹੈ, ਉਹਦਾ ਵਿਰੋਧ ਕਰਦੇ ਰਹਾਂਗੇ। ਜਿਵੇਂ ਸਾਡੀਆਂ ਕਿਸਾਨਾਂ ਦੀਆਂ ਜਿਵੇਂ ਕਹਿੰਦੇ ਵੀ ਨੌਕਰੀਆਂ ਪੰਜਾਬ ਸਰਕਾਰ ਤਾਂ ਸਾਰਾ ਕੁਝ ਦੇ ਰਹੀ ਹੈ, 5 ਲੱਖ ਵੀ ਦੇ ਰਹੀ ਹੈ, ਨੌਕਰੀਆਂ ਵੀ ਦੇ ਰਹੀ ਹੈ, ਪਰ ਸੈਂਟਰ ਸਰਕਾਰ ਨੇ ਸਾਡੇ ਸ਼ਹੀਦਾਂ ਵਾਸਤੇ ਕੀ ਕਰਿਆ? ਉਹਨਾਂ ਨੇ ਤਾਂ ਨਹੀਂ ਕੁਝ, ਸਾਡੇ ਪੱਲੇ ਕੀ ਪਿਆ? ਕਿਸਾਨ ਆਗੂ ਕਹਿੰਦੇ ਵੀ ਅਸੀਂ ਜੇ ਕੁਰਸੀ ਤੇ ਬੈਠਾਂਗੇ ਦੂਜੀਆਂ ਪਾਰਟੀਆਂ ਚੰਗੀਆਂ ਨਹੀਂ, ਅਸੀਂ ਕਹਿੰਦੇ ਸੀ ਫਾਇਦਾ ਕਰ ਦਾਂਗੇ ਲੋਕਾਂ ਦਾ। ਨਹੀਂ ਜੀ ਨਹੀਂ, ਇਹਨਾਂ ਨੂੰ ਤਾਂ ਮੈਂ ਤਾਂ ਇਹਨਾਂ ਨੂੰ ਚੰਗਾ ਨਹੀਂ ਸਮਝਦੀ ਹੈਗੀ। ਕਿਉਂ? ਇਹਨਾਂ ਨੂੰ ਇਹ ਗੁਲਾਮੀ ਦੀ ਜੰਜੀਰਾਂ 'ਚ ਬੰਨਣ ਦੀ ਲੋੜ ਨਹੀਂ ਸੀ। ਸਾਡੀ ਤਾਂ ਆਪੇ ਲੀਡਰ ਸੀ ਅਸੀਂ। ਇਹਨਾਂ ਨੂੰ ਇਹ ਲੀਡਰੀ 'ਚ ਆਉਣ ਦੀ ਲੋੜ ਨਹੀਂ ਸੀ। ਇਹ ਸਿਰਫ ਤੇ ਸਿਰਫ ਆਪਣੀ ਰੋਟੀਆਂ ਸੇਕੀਆਂ ਨੇ ਇਹਨਾਂ ਨੇ। ਅੱਧੇ ਜ਼ਿਆਦਾ ਤੋਂ ਵਿੱਚ ਲੀਡਰਾਂ ਨੂੰ, ਕਿਸਾਨਾਂ ਨੂੰ ਸਾਨੂੰ ਬਹੁਤ ਨਫ਼ਰਤ ਹੈ ਜਿਹੜੇ ਇਹ 'ਚ ਗਏ ਨੇ ਵੋਟਾਂ 'ਚ। ਕੁਝ ਹੋਰ ਮਾਵਾਂ ਵੀ ਮੌਜੂਦ ਆ, ਉਹਨਾਂ ਤੋਂ ਵੀ ਜਾਣਦੇ ਆ। ਸਤਿ ਸ਼੍ਰੀ ਅਕਾਲ ਮਾਂ, ਤੁਹਾਡਾ ਨਾਮ ਕੀ ਆ? ਸਰਿੰਦਰ ਕੌਰ ਆ ਬੇਟੇ। ਮਾਂ, ਹੁਣ ਜਿਹੜੇ ਕਿਸਾਨ ਆਗੂਆਂ ਨੇ ਫੈਸਲਾ ਕੀਤਾ, ਉਹ ਕਹਿੰਦੇ ਵੀ ਪਾਰਟੀ ਤਾਂ ਕੋਈ ਚੰਗੀ ਨਹੀਂ, ਅਸੀਂ ਆਪਦੀ ਪਾਰਟੀ ਬਣਾ ਲੈਨੇ। ਬਹੁਤ ਸਾਰੇ ਲੋਕ ਵੀ ਕਹਿੰਦੇ ਸੀ ਵੀ ਕਿਸਾਨ ਆਗੂ ਆ ਜਾਣ, ਚੋਣਾਂ 'ਚ ਖੜ ਜਾਣ, ਅਸੀਂ ਉਹਨਾਂ ਨੂੰ ਜਿਤਾ ਦਾਂਗੇ। ਤੁਹਾਨੂੰ ਇਹ ਕਿਸਾਨ ਆਗੂਆਂ ਦਾ ਫੈਸਲਾ ਵਧੀਆ ਲੱਗਿਆ ਕਿ ਨਹੀਂ ਲੱਗਿਆ? ਨਹੀਂ ਬੇਟੇ, ਸਾਨੂੰ ਵੀ ਇਹ ਵਧੀਆ ਲੱਗਿਆ ਹੈਗਾ। ਇਹਨਾਂ ਨੂੰ ਆਪਣੀ ਉਹ 'ਚ ਰਹਿਣਾ ਚਾਹੀਦਾ ਨਾ, ਇਹਨਾਂ ਨੂੰ ਫੜਨ ਖੜਾਉਣ ਦਾ ਕੋਈ ਰੌਲਾ ਹੀ ਨਹੀਂ ਹੈਗਾ ਵਿੱਚ। ਨਹੀਂ, ਫਿਰ ਜੇ ਕਿਸਾਨ ਆਗੂ ਵੋਟਾਂ 'ਚ ਨਹੀਂ ਖੜਨਗੇ ਫਿਰ ਤਾਂ ਫਿਰ ਕੈਪਟਨ ਸਿੱਧੂ, ਚੰਨੀ ਜਾਂ ਫਿਰ ਕੇਜਰੀਵਾਲ ਵਰਗੀ ਕੁਰਸੀ ਤੇ ਬਹਿ ਜਾਣਗੇ। ਨਹੀਂ ਫਿਰ ਹੁਣ ਜਿਹੜਾ ਆ ਕੇਜਰੀਵਾਲ ਕਹਿ ਰਹੇ ਨੇ, ਇਹਨੂੰ ਵੀ ਦੇਖ ਲੈਂਦੇ ਆ ਨਾ ਇੱਥੇ ਕੀ। ਅੱਛਾ, ਵੀ ਕੇਜਰੀਵਾਲ ਜਿੱਤ ਜਾਂਦਾ ਪਰ ਕਿਸਾਨ ਆਗੂ ਨਾ ਖੜਦੇ ਵੋਟਾਂ 'ਚ। ਹਾਂ, ਹਲੇ ਕੋਈ ਫਾਇਦਾ ਨਹੀਂ ਇਹਨਾਂ 'ਚ ਖੜਨ ਦਾ, ਕਿਸਾਨ ਆਗੂਆਂ ਨੂੰ ਵੀ ਹਲੇ। ਤੁਹਾਡੇ ਪਿੰਡ 'ਚ ਕਿਹੜੀਆਂ-ਕਿਹੜੀਆਂ ਸਹੂਲਤਾਂ ਤੇ ਕਿਹੜੀਆਂ-ਕਿਹੜੀਆਂ ਤੁਹਾਨੂੰ ਲੱਗਦਾ ਵੀ ਛੇਤੀ ਮਿਲ ਜਾਣੀਆਂ ਚਾਹੀਦੀਆਂ ਸੀ? 75 ਸਾਲ ਤਾਂ ਹੋ ਗਏ ਆਜ਼ਾਦ ਹੋਇਆਂ ਨੂੰ, ਤੇ ਕੀ ਲੱਗਦਾ ਪਿੰਡ ਦੇ ਵਿੱਚ 75 ਸਾਲਾਂ 'ਚ ਕੀ ਸੁਧਾਰ ਹੋਏ ਜਿਹੜੇ ਜਲਦੀ ਹੋਣੇ ਚਾਹੀਦੇ ਸੀ? ਸੁਧਾਰ ਤਾਂ ਕੁਛ ਨਹੀਂ ਹੋਏ ਹੈਗੇ ਬੀਬਾ ਇੱਥੇ ਤਾਂ ਵੈਸਾ ਹੁਣ ਵੀ ਹੀ ਜੇ ਬਣੀਆਂ ਨੇ ਤਾਂ ਬੁਰਾ ਹਾਲ ਦਾ ਜਮੀ। ਕੋਈ ਨਹੀਂ ਇੱਥੇ ਕਿਸੇ ਨੇ ਕੁਛ ਵੀ ਕਰਿਆ ਹੈਗਾ। ਹਾਂ, ਵੀ ਕੋਈ ਇਹੋ ਜਿਹਾ ਬੰਦਾ ਚਾਹੀਦਾ ਜਿਹੜਾ ਆਪਣਾ ਪਿੰਡ ਦਾ ਵੀ ਸੁਧਾਰ ਕਰੇ, ਪਤਾ ਲੱਗੇ ਵੀ ਹਾਂ ਉਰੇ ਫਲਾਣਾ ਬੰਦਾ ਖੜਿਆ ਤਾਂ ਉਹਨੇ ਇੰਨਾ ਪਿੰਡ ਦਾ ਸੁਧਾਰ ਕਰਿਆ, ਤਾਂ ਹੀ ਪਤਾ ਲੱਗਦਾ ਨਾ। ਹਾਂ, ਕੇਜਰੀਵਾਲ ਸਾਹਿਬ ਦੀ ਤੁਸੀਂ ਕਹਿੰਦੇ ਸਰਕਾਰ ਆ ਜਾਵੇ, ਕੇਜਰੀਵਾਲ ਜੇ ਜਿੱਤਦੇ ਆ ਉਹਨਾਂ ਨੇ ਦੇਣਾ 1000 ਰੁਪਈਆ 1 ਮਹੀਨੇ ਬਾਅਦ, ਤੇ ਜੇ ਨਵਜੋਤ ਸਿੱਧੂ ਜਿੱਤਦਾ ਉਹਨੇ ਪਤਾ ਨਹੀਂ ਕਿੰਨੇ ਸਿਲੰਡਰ ਤੇ ਕਿੰਨੇ ਰੁਪਈਏ ਹੀ ਦੇ ਦੇਣੇ ਆ। ਉਹ ਬੇਟੇ ਸਾਨੂੰ ਕਿਸੇ ਦੇ ਸਿਲੰਡਰ ਨਾਲੇ ਪੈਸੇ ਕੀ ਕਰਨੇ ਨੇ? ਸਾਡੇ ਪਿੰਡ ਦੇ ਵਿੱਚ ਕੰਮ ਹੋਣਾ ਚਾਹੀਦਾ। ਹਾਂ, ਵੀ ਆ ਸਾਡੇ ਬੱਚੇ ਰੁਲਦੇ ਫਿਰਦੇ ਨੇ ਪੜ੍ਹ ਕੇ ਆਪਣਾ, ਉਹਨਾਂ ਨੂੰ ਕਿਸੇ ਹਿੱਲੇ ਲੱਗ ਜਾਣਾ, ਇਹੀ ਬਹੁਤ। ਸਾਨੂੰ ਇਹਨਾਂ ਦੇ ਉਹ ਪੈਸੇ ਕੀ ਕਰਨੇ ਨੇ? ਮਾਂ, ਜਦੋਂ ਨਾ ਕੇਜਰੀਵਾਲ ਸਾਹਿਬ ਨੇ 1000 ਰੁਪਈਆ ਅਨਾਉਂਸ ਕੀਤਾ ਸੀ ਤੇ ਨਵਜੋਤ ਸਿੱਧੂ ਜੀ ਕਹਿੰਦੇ ਵੀ ਇਹ ਤਾਂ ਭਿਖਾਰੀ ਬਣਾ ਰਿਹਾ, ਸਾਡੇ ਪਿੰਡਾਂ ਦੀਆਂ ਬੀਬੀਆਂ ਭਿਖਾਰੀ ਨਹੀਂ ਹੈਗੀਆਂ, ਉਹ ਭੀਖ ਨਹੀਂ ਮੰਗਦੀਆਂ। ਹੁਣ ਉਹਨਾਂ ਨੇ ਬਹੁਤਾ ਹੀ ਕੁਛ ਐਲਾਨ, ਉਹ ਕਹਿੰਦਾ ਜੇ ਮੈਨੂੰ ਜਿਤਾ ਦਵੋ ਤੇ ਫਿਰ ਮੈਂ ਬੀਬੀਆਂ ਨੂੰ 10, 5, 15,000 ਰੁਪਈਆ ਦਊਂਗਾ, ਸਕੂਟਰੀ ਦੇ ਦੂੰਗਾ, ਕੁੜੀਆਂ ਨੂੰ ਟੈਬ ਦੇ ਦੂੰਗਾ। ਬਹੁਤ ਕੁਝ ਕਹਿੰਦੇ ਨੇ ਬੀਬਾ। ਉਹ ਤਾਂ ਇੱਕ ਬੀਬੀ ਬੋਲਦੀ ਹੁੰਦੀ ਆ ਟੀਵੀ 'ਚ, ਮੈਂ ਉਹਨੂੰ ਰੋਜ਼ ਦੇਖਦੀ ਆ। ਮੈਨੂੰ ਬਾਦਲ 24,000 ਰੁਪਈਆ ਦਊਗਾ ਸਾਲ ਮਗਰੋਂ, ਮੈਂ ਮੇਰੀ ਸੱਸ ਦੀ ਦਵਾਈ ਵੀ ਆਪ ਲਿਆਉਂਗੀ, ਘਰ ਦਾ ਖਰਚਾ ਵੀ ਮੈਂ ਤੋਰੂੰਗੀ, ਆਏ ਸਾਲ ਮੇਰੇ ਖਾਤੇ ਦੇ ਵਿੱਚ 24,000 ਪਊਗਾ। ਇੰਨਾ ਬੋਲਦੀ ਆ ਉਹ, ਬਹੁਤ ਜ਼ਿਆਦਾ। ਮਾਂ ਆ ਤਾਂ ਬਾਦਲ ਨੇ ਬਿਠਾਈ ਆ ਉਹ। ਰੋਜ਼ ਨੂੰ ਮੈਂ ਦੇਖਦੀ ਆ, ਇਹੀ ਕੁਛ ਕਰਦੀ ਆ ਉਹ ਵਿਚਾਰੀ। ਹਾਂ, ਮੈਂ ਘਰ ਦਾ ਵੀ ਖਰਚਾ ਚਲਾਉ, ਮੇਰੀ ਸੱਸ ਦਾ ਵੀ, ਸਾਰੀ ਦਵਾਈ ਬੂਟੀ ਮੈਂ ਲਿਆਉਂਗੀ। ਤੁਹਾਨੂੰ ਸਮਝ ਆਉਂਦੀ ਆ ਵੀ ਉਹ ਬਾਦਲ ਨੇ ਬਿਠਾਈ ਆ? ਹਾਂ, ਬੋਲ ਕੇ ਉਹ ਆਪ ਸੁਖਬੀਰ ਬਾਦਲ ਸਿੰਘ ਨੇ। ਹਾਂ, ਮੇਰੇ ਖਾਤੇ ਦੇ ਵਿੱਚ ਪੈਸੇ ਪਾਊਗਾ ਸੁਖਬੀਰ ਬਾਦਲ ਸਿੰਘ। ਤੁਹਾਨੂੰ ਯਕੀਨ ਨਹੀਂ ਹੁੰਦਾ? ਕੀ ਪਤਾ ਤੁਹਾਨੂੰ ਵੀ ਪਾ ਦੇ ਵਿੱਚ ਜਿਤਾ। ਸਾਨੂੰ ਕੋਈ ਯਕੀਨ ਨਹੀਂ ਹੁੰਦਾ ਹੈਗਾ। ਬਾਦਲ ਆ ਕਿਹੜਾ ਪਹਿਲੀ ਵਾਰ ਖੜਨ ਲੱਗਿਆ ਬੀਬਾ? ਤਾਂ ਹੁੰਦਾ ਵੀ ਆਪਾਂ ਨੂੰ ਵੀ ਪਹਿਲੀ ਵਾਰ ਖੜੇ ਇਹ ਠੀਕੇ ਹੋਵੇ। ਉਹ ਹੁਣ ਕਿੰਨੀ ਵਾਰ ਤਾਂ ਇੱਕ ਵਾਰੀ ਕੈਪਟਨ ਖੜ ਗਿਆ, ਇੱਕ ਵਾਰੀ ਬਾਦਲ ਖੜ ਗਿਆ। ਬੀਬੀ ਤੁਹਾਨੂੰ ਤਰਸ ਜਿਹਾ ਨਹੀਂ ਆਉਂਦਾਗਾ ਵੀ ਪਹਿਲਾਂ ਉਹ ਮੋਦੀ ਸਾਹਿਬ ਦੇ ਨਾਲ ਸੀ, ਫਿਰ ਜਦੋਂ ਉਹਨੂੰ ਲੱਗਿਆ ਵੀ ਮੇਰੇ ਕਿਸਾਨ ਸੜਕਾਂ ਤੇ ਆ ਗਏ, ਉਹਨੇ ਮੋਦੀ ਸਾਹਿਬ ਨਾਲੋਂ ਗੱਠਜੋੜ ਤੋੜਤਾ। ਯਕੀਨ ਨਹੀਂ ਤੁਹਾਨੂੰ ਇਸ ਚੀਜ਼ ਤੇ? ਨਹੀਂ, ਯਕੀਨ ਤਾਂ ਸਾਨੂੰ ਕੀ ਹੋਣਾ ਇਹੋ ਜਿਹੇ ਬੰਦਿਆਂ ਦਾ ਬੀਬਾ। ਹਾਂ, ਜਿਹੜੇ ਕੋਈ ਹੱਕ ਦੀ ਗੱਲ ਨਾ ਕਰਨ ਕਿਸਾਨਾਂ ਦੀ, ਉਹਨਾਂ ਦਾ ਕਾਹਦੇ ਯਕੀਨ ਹੁੰਦੇ ਨੇ? ਹੁਣ ਅਸੀਂ ਆਪਣੇ ਹੱਕ ਪਿੱਛੇ ਬੈਠੀਆਂ ਉੱਥੇ, ਸਿਆਣੀਆਂ ਵੀ ਬੀਬੀਆਂ, ਬੱਚੇ ਸਾਰੇ ਸਾਡੇ ਉੱਥੇ 1 ਸਾਲ ਤੇ ਉੱਪਰ ਬੈਠੇ ਰਹੇ ਉੱਥੇ। ਦੇਖ ਲਓ, ਰੋਜ਼ ਹੀ ਲਗਾਤਾਰ ਚੱਲਿਆ ਉੱਥੇ। ਸਭ ਨੂੰ ਪਤਾ ਤਾਂ ਵੀ ਦਾਉਣ ਵਾਲੀਆਂ ਬੀਬੀਆਂ ਬਹੁਤ, ਕਿੰਨਾ ਤੁਹਾਨੂੰ ਪਤਾ ਹੀ ਆ ਵੀ। ਅਸੀਂ ਦੇਖ ਲਾ ਕਿਸੇ ਗਏ ਨਹੀਂ, ਅਸੀਂ ਗਏ ਆਪਣੇ ਜਥੇਬੰਦੀ ਦੇ ਨਾਲ ਜਾਂਦੇ ਰਹੇ। ਮੋਦੀ ਸਾਹਿਬ ਅੱਜ ਪੰਜਾਬ 'ਚ ਆਏ ਹੋਏ ਆ, ਕੀ ਕਹਿਣਾ ਚਾਹੋਗੇ? ਮੋਦੀ ਸਾਹਿਬ ਨੂੰ ਅਸੀਂ ਨੇ ਕੀ ਕਹਿਣਾ ਬੇਟੇ? ਮੋਦੀ ਸਾਹਿਬ ਆਪਣੇ ਕੰਮ ਹੋਇਆ ਹੋਣਾ ਕੋਈ, ਉਹ ਤਾਂ ਇੱਥੇ ਹੋਰ ਉਹਨੇ ਕੀ ਕਰਨਾ? ਉੱਥੇ ਨੀਂਹ ਪੱਥਰ ਧਰਦਾ ਆ, ਉਹ ਵੀ ਮੈਂ ਦੇਖਦੀ ਆ ਖਬਰਾਂ 'ਚ। ਨੀਂਹ ਪੱਥਰ ਧਰਨਾ ਆਊਗਾ ਅੱਜ। ਨਹੀਂ, ਇਹ ਵਧੀਆ ਜਿਹਾ ਨਹੀਂ ਲੱਗਿਆ ਉਹ ਆਇਆ ਵਾ ਹੁਣ ਪੰਜਾਬ 'ਚ? ਕੋਈ ਸਵਾਗਤ ਸੂਗਤ ਨਹੀਂ ਕਰਨਾ? ਸੁਖਬੀਰ ਬਾਦਲ ਨੇ ਬੁਲਾਇਆ ਉਹ ਵੀ। ਹਾਂ, ਉਹ ਵੀ ਉਹੀ ਮੈਂ ਰੋਜ਼ ਤਾਂ ਸੁਣਦੀ ਆ, ਤਾਂ ਤੁਹਾਨੂੰ ਕਿਹਾ ਮੈਂ ਰੋਜ਼ ਸੁਣਦੀ ਆ ਉਹਨੂੰ। ਸੁਖਬੀਰ ਬਾਦਲ ਕਹਿੰਦਾ ਵੀ ਮੈਂ ਤਾਂ ਜਦੋਂ ਦੇ ਮੇਰੇ ਕਿਸਾਨਾਂ ਦੇ ਉਹਨੇ ਖਿਲਾਫ ਬਿੱਲ ਬਣਾਏ, ਉਹ ਕਹਿੰਦੇ ਮੈਂ ਤਾਂ ਗੱਠਜੋੜ ਹੀ ਤੋੜਤਾ। ਮੋਦੀ ਸਾਰਾ ਦਿਨ ਤਾਂ ਰੋਜ਼ ਤੁਸੀਂ ਖਬਰਾਂ, ਤੁਸੀਂ ਵੀ ਤਾਂ ਦੇਖਦੇ ਹੋ ਖਬਰਾਂ। ਮੈਂ ਰੋਜ਼ ਖਬਰਾਂ ਦੇਖਦੀ ਆ। ਇਹ ਨਵੇਂ ਅੰਦਰੋਂ ਮਿਲੇ ਮੁਲੇ ਹੋਏ ਆ। ਇੱਕੇ ਨੇ ਜਦ ਕਹਿ ਰਿਹਾ ਵੀ ਉਹ ਸੁਖਬੀਰ ਬਾਦਲ ਰੋਜ਼ ਕਹਿੰਦਾ ਵੀ ਮੋਦੀ 5 ਤਰੀਕ ਨੂੰ ਆ ਰਿਹਾ, ਅੱਜ ਆ ਗਿਆ ਹੋਣਾ, ਵੀ ਨੀਂਹ ਪੱਥਰ ਧਰ ਕੇ ਜਾਊਗਾ ਇੱਥੇ, ਬਾਕੀ ਹੋਰ ਵੀ ਸੁਧਾਰ ਕਰੂਗਾ ਸਾਰੇ। ਮੋਦੀ ਸਾਹਿਬ ਬੋਲਦੇ ਨੇ। ਨਹੀਂ, ਉਹਨਾਂ ਨੂੰ ਕੋਈ ਮਾੜੀ ਮੋਟਾ ਕੋਈ ਵੈਲਕਮ ਨਹੀਂ ਕਰਨਾ ਸੀ, ਸਵਾਗਤ ਨਹੀਂ ਸੀ ਕਰਨਾ? ਨਾ ਅਸੀਂ ਬੇਟੇ ਇਹੋ ਜਿਹੇ ਬੰਦੇ ਨੂੰ ਕਰਦੇ ਹੈਗੇ। ਨਹੀਂ ਕਰਦੇ ਨਾ,
ਤੁਹਾਨੂੰ ਕੋਈ ਫਰਕ ਨਹੀਂ ਆ ਪੈਂਦਾ ਵੀ ਘਰੇ ਪ੍ਰਾਹੁਣਾ ਆਇਆ ਨਹੀਂ ਬੁਲਾਉਣਾ? ਕੋਈ ਸਾਨੂੰ ਕੋਈ ਫਰਕ ਨਹੀਂ ਹੈ ਜਾਂਦਾ ਹੈਗਾ। ਆਪਣੇ ਪੰਜਾਬੀ ਦਾ ਕਹਿੰਦੇ ਵੀ ਘਰੇ ਕੋਈ ਪ੍ਰਾਹੁਣਾ ਆ ਜਾਵੇ ਜਿਵੇਂ ਮਰਜ਼ੀ ਆ ਵੀ ਇੱਕ ਵਾਰੀ ਜੀ ਆਇਆਂ ਨੂੰ ਤਾਂ ਕਹਿੰਦੇ ਉਹਨੇ ਜਿਹੜੇ ਆਪਣੇ ਹੈਗੇ ਨੇ ਉਹਨਾਂ ਦੀ ਆਪਾਂ ਜੀ ਆਇਆ ਕਰਾਂਗੇ, ਜਿਹੜਾ ਕੋਈ ਆਪਣਾ ਵੀ ਸਤਿਕਾਰ ਕਰੂਗਾ ਨਾ ਉਹ ਆਪਣਾ ਕੀ ਲੱਗਦਾ ਜਿਹਨੇ ਆਪਣਾ ਕੁਝ ਸਮਾਰਿਆ ਹੀ ਨਹੀਂ ਹੈ। ਹਾਂ ਸਾਨੂੰ ਇਹ ਜੇ ਲਾਲਚ ਬਾਸੀ ਨਹੀਂ ਬੇਟੇ ਆਉਂਦੇ ਹੈਗੇ। ਹਾਂ ਸਾਹਿਬ ਦਾ ਸਵਾਗਤ ਨਹੀਂ ਕਰਨਾ ਸੀ ਮਾਂ ਘਰ 'ਚ ਪੰਜਾਬ ਦੇ ਵਿਹੜੇ 'ਚ ਪ੍ਰਾਹੁਣਾ ਸਾਡਾ 750 ਕਿਸਾਨ ਸ਼ਹੀਦ ਹੋ ਗਿਆ। ਉਹਨੇ ਇੱਕ ਦਿਨ ਵੀ ਐ ਨਹੀਂ ਕਿਹਾ ਵੀ ਭਾਈ ਮੈਂ ਉਹਨਾਂ ਦਾ ਕੋਈ ਸਤਿਕਾਰ ਕਰਾਂ ਸ਼ਹੀਦਾਂ ਦਾ ਬੁਲਾ ਕੇ, ਜਾਂ ਉਹਨੂੰ ਕੋਈ ਠੇਸ ਨਹੀਂ ਪਹੁੰਚੀ। ਉਹ ਤਾਂ ਮੈਂ ਕਹਿੰਨੀ ਆ ਵੀ ਅਸੀਂ ਉਹਦੇ ਕੋਲ ਪੈਰ ਕਰਕੇ ਵੀ ਨਹੀਂ ਸੌਂਦੇ, ਨਾ ਹੀ ਸਾਡੇ ਬੰਦੇ ਦਾ ਕੋਈ ਅੱਜ ਪ੍ਰਧਾਨ ਮੰਤਰੀ ਆਇਆ, ਨਾ ਹੀ ਸਾਡੇ ਬੰਦੇ ਦਾ ਕੋਈ ਕੁਛ ਲੱਗਦਾ ਸਾਡਾ। ਸਾਨੂੰ ਉਹਦੀ ਕੋਈ ਲੋੜ ਨਹੀਂ ਹੈਗੀ। ਕੁਝ ਹੋਰ ਮਾਵਾਂ ਬੈਠੀਆਂ, ਆਪਾਂ ਉਧਰ ਵੀ ਸ਼ੁਰੂਆਤ ਕਰਦੇ ਆ। ਨਹੀਂ ਮਾਂ ਮੈਂ ਤੁਹਾਡੇ ਨਾਲ ਤਾਂ ਗੱਲ ਜ਼ਰੂਰ ਕਰਨੀ ਆ, ਤੇ ਮੈਨੂੰ ਇਹ ਦੱਸੋ ਵੀ ਤੁਸੀਂ ਹੁਣ ਤੱਕ ਵੋਟਾਂ ਕਿਹਨੂੰ ਪਾਉਂਦੇ ਰਹੇ ਆ ਹੁਣ ਤੱਕ? ਬਸ ਜਿੱਧਰੋਂ ਘਰ ਦੇ ਪਾਉਂਦੇ ਤੇ ਉਧਰ ਅਸੀਂ ਫਿਰ ਵੀ ਦੱਸੋ ਸਹੀ, ਐ ਵੀ ਬਾਪੂ ਹੋਰੀ ਜਿੱਧਰ ਕਹਿੰਦੇ ਕਿੱਧਰ ਕਹਿੰਦੇ ਹੁੰਦੇ ਸੀ? ਕਾਂਗਰਸ ਨੂੰ ਇਹ ਪਾਈ ਜਾਂਦੇ ਤੇ ਕਾਂਗਰਸੀ ਤੁਸੀਂ ਹਾਂ, ਪੱਕੇ ਹੋਏ ਰਹੇ ਆ। ਹੁਣ ਫਿਰ ਕੀ ਖਿਆਲ ਹੈ ਕਿ ਕਿਹਨੂੰ ਪਾਉਣਾ? ਹੁਣ ਦੇਖੋ ਜਿੱਧਰ ਕਹਿਣਗੇ ਫੇਰ ਸਹੀ ਕਰਾਂਗੇ, ਕਿਵੇਂ ਹੋਊਗਾ। ਨਹੀਂ ਉਦਾਂ ਜੇ ਮੈਨੂੰ ਕੋਈ ਇਹ ਚੰਗੇ ਕੰਮ ਕਰੂਗਾ ਤਈ ਵੋਟਾਂ ਪਾਵਾਂਗੇ ਉਹਨੂੰ। ਇਹ ਹੁਣ ਤੱਕ ਤੁਹਾਡੀ ਨਜ਼ਰ 'ਚ ਚੰਗੇ ਕੰਮ ਕਿਹਨੇ ਕੀਤੇ ਆ? ਕੈਪਟਨ ਸਾਹਿਬ ਨੇ ਕਿ ਬਾਦਲ ਕਿਸੇ ਨੇ ਸਾਹਿਬ? ਨਹੀਂ ਕਰੇ, ਕਿਸੇ ਨੇ ਨਹੀਂ ਕਰੇ। ਸਭ ਖਰਾਬ ਹੁੰਦੀ ਰਹੀ ਫਿਰ ਤੋਂ। ਹੋਰ ਵੋਟ ਖਰਾਬ ਹੀ ਹੁੰਦੀਆਂ ਨਹੀਂ ਆ। ਅੱਛਾ ਹੁਣ ਦੇਖੀ ਜਾਊਗੀ ਗਾਹਾਂ ਕੀ ਬਣੂਗਾ। ਤੇ ਮਾਂ ਜਦੋਂ ਤੁਸੀਂ ਦਿੱਲੀ ਬੈਠੇ ਰਹੇ ਹਨਾ, ਤੁਸੀਂ ਬਹੁਤ ਬਜ਼ੁਰਗ ਰਹੇ ਆਪਦੇ ਜਵਾਕਾਂ ਦੀ ਖਾਤਰ ਪੂਰਾ ਸਾਲ ਠੰਡਾਂ ਦੇ ਵਿੱਚ ਸੜਕਾਂ ਦੇ ਉੱਤੇ ਤੰਬੂਆਂ 'ਚ ਰਹਿਣਾ। ਕੀ ਜੇ ਦੇਖਿਆ ਜਾਵੇ ਹੁਣ ਜਦੋਂ ਤੁਸੀਂ ਆ ਕੇ ਹੁਣ ਗੱਲਾਂ ਕਰਦੀਆਂ, ਤੁਸੀਂ ਮਾਈਕ ਦੇ ਸਾਹਮਣੇ ਵੀ ਬੋਲਦੀਆਂ, ਆਪਦੀ ਗੱਲ ਕਹਿਨੀ ਆ ਵੀ ਐ ਨਹੀਂ ਐ ਹੁੰਦਾ, ਹੋਰ ਕੀ ਕੀ ਸਿੱਖ ਕੇ ਆਏ ਆ ਕਿਸਾਨ? ਇੱਕ ਸਾਲ ਸੜਕਾਂ ਤੇ ਬੈਠ ਕੇ ਸਿੱਖਿਆ ਕੀ ਹੁਣ ਤੱਕ ਤੁਸੀਂ? ਆਹੀ ਸਿੱਖਣ ਕਿ ਤਾਂ ਵੀ ਆਪਣੀ ਮਜਬੂਰੀ ਨੂੰ ਬੈਠਣਾ ਪਿਆ ਫਿਰ ਉੱਥੇ, ਹੋਰ ਤਾਂ ਕੀ ਕਰਨਾ ਤਾਂ ਸਾਨੂੰ। ਇੰਜ ਨਹੀਂ ਫੀਲ ਹੋਇਆ ਵੀ 75 ਸਾਲ ਵੋਟਾਂ ਪਾਉਂਦੇ ਰਹੇ, ਬਹਿਣਾ ਸਾਨੂੰ ਫਿਰ ਵੀ ਜਾ ਕੇ ਸੜਕਾਂ ਤੇ ਪਿਆ? ਉਹ ਤਾਂ ਫਿਰ ਪਤਾ ਹੀ ਉਹ ਤਾਂ ਵੀ ਜਦ ਸਾਡੀਆਂ ਜ਼ਮੀਨਾਂ ਜਾ ਰਹੀਆਂ ਤੀਆਂ ਫਿਰ ਸਾਨੂੰ ਜਾਣਿਓ ਤਾਂ ਕੁਛ ਰਿਓ ਨਹੀਂ ਤਾਂ ਫਿਰ ਤਾਂ ਬੈਠਣਾ ਪੈਣਾ ਤਾਂ ਉੱਥੇ। ਬੀਬੀ ਮੈਂ ਇੱਕ ਚੀਜ਼ ਜਾਣਨਾ ਚਾਹੁੰਦੀ ਆ ਵੀ ਆਮ ਤੌਰ ਤੇ ਹੁਣ ਪਿੰਡਾਂ ਦੇ ਵਿੱਚ ਨਾ ਰਿਵਾਜ ਬਣਿਆ ਹੋਇਆ ਸਾਡੇ ਵੀ ਜੇ ਬੀਬੀ ਇੱਕ ਸਰਪੰਚਣੀ ਦੀਆਂ ਵੋਟਾਂ 'ਚ ਖੜਦੀ, ਉਹ ਸਰਪੰਚਣੀ ਬਣ ਵੀ ਜਾਂਦੀ ਆ, ਸਰਪੰਚੀ ਉਹਦਾ ਘਰ ਵਾਲਾ ਹੀ ਕਰਦਾ ਵਾ। ਇਹ ਚੀਜ਼ ਸਹੀ ਆ ਕਿ ਗਲਤ ਆ? ਬੀਬੀ ਵੀ ਕਰਦੀ ਐ, ਇਹੋ ਜੀ ਕੋਈ ਗੱਲ ਨਹੀਂ, ਬੀਬੀ ਵੀ ਕਰਦੀ ਐ। ਕੱਲ ਬਾਬੇ ਹੀ ਕਰਦੇ ਬਾਬੇ ਨਾਲ ਜਾਂਦੇ ਤਾਂ ਬੀਬੀ ਵੀ ਸਾਈਨ ਵੀ ਕਰਦੀ ਐ, ਵਿੱਚ ਗੱਲ ਵੀ ਕਰਦੀ ਐ ਬੀਬੀ ਵੀ ਜਾ ਕੇ। ਬੀਬੀ ਨੂੰ ਹੈਗਾ ਅਧਿਕਾਰ ਜਾਣ ਦਾ, ਜਾਂਦੀ ਐ ਬੀਬੀ। ਆਹ ਸਾਡੇ ਪੰਚ ਖੜੀ ਐ ਬੀਬੀ, ਇਹ ਸਾਰਾ ਆਪ ਕਰਦੀ ਐ ਆਪਣਾ ਕੰਮ। ਪਰ ਇਹ ਹੋਣਾ ਚਾਹੀਦਾ ਵਾ। ਹਾਂ ਹੋਣਾ ਚਾਹੀਦਾ। ਆਮ ਤੌਰ ਤੇ ਜਿਹੜੇ ਪਿੰਡਾਂ 'ਚ ਆਪਾਂ ਦੇਖਿਆ ਵਾ ਵੀ ਬੀਬੀ ਇੱਕ ਸਰਪੰਚੀ ਦੀਆਂ ਵੋਟਾਂ ਜਿੱਤ ਜਾਂਦੀ ਆ, ਪਰ ਸਾਰਾ ਬੰਦਾ ਹੀ ਉਹਦਾ ਵੀ ਕੀ ਲੱਗਦਾ ਵਾ ਵੀ ਸਾਡੇ ਬੰਦਿਆਂ ਨੂੰ ਹਜੇ ਵੀ ਲੱਗਦਾ ਵੀ ਇੰਨੀ ਅਕਲ ਬੁੜੀਆਂ ਨੂੰ ਹੁੰਦੀ ਨਹੀਂ ਉਸ ਹੱਦ ਤੱਕ ਵੀ ਜਿੰਨੀ ਹੁਣ ਸੋਝੀ ਆ ਗਈ, ਹੁਣ ਬੰਦਿਆਂ ਨੂੰ ਵੀ ਸੋਝੀ ਆ ਗਈ, ਬੀਬੀਆਂ ਨੂੰ ਵੀ ਆ ਗਈ, ਬੰਦਿਆਂ ਨੂੰ ਵੀ ਆ ਗਈ। ਆ ਥੋੜਾ ਜਿਹਾ ਫਿਰਨ ਨਾਲ ਬੀਬੀਆਂ ਨੂੰ ਵੀ ਆ ਗਈ ਸੋਝੀ ਵੀ ਮੇਰਾ ਹੱਕ ਬਣਦਾ ਬੋਲਣ ਦਾ, ਗੱਲ ਕਰਨ ਦਾ। ਬੰਦਿਆਂ ਨੂੰ ਵੀ ਆ ਗਈ ਵੀ ਤੀਵੀਆਂ ਬਰਾਬਰ ਨੇ ਬੀਬੀਆਂ, ਵੀ ਇਹੀ ਗੱਲ ਕਰਨ, ਇਹੀ ਆਪਣਾ ਹੱਕ ਜਤਾਉਣ। ਇਹ ਜਿਹੜੀ ਗੱਲ ਇਹਨਾਂ ਦੇ ਹੱਕ ਹੈ ਉਹ ਇਹੀ ਕਰਨ। ਹੁਣ ਬੀਬੀਆਂ ਕਰਦੀਆਂ ਨੇ, ਕਰਦੀਆਂ ਵੀ ਇੰਨੇ ਲੱਗੀਆਂ ਬੀਬੀਆਂ ਕਰਨ, ਸਾਰੀਆਂ ਆਪਣਾ ਹੱਕ ਆਪ ਕਰਦੀਆਂ ਨੇ ਕੰਮ। ਵੋਟਾਂ ਕਿਹਨੂੰ ਪਾਉਂਦੇ ਰਹੇ ਆ ਹੁਣ ਤੱਕ? ਵੋਟਾਂ ਦਾ ਕਾਂਗਰਸ ਨੂੰ ਹੀ ਪਈਆਂ। ਅੱਛਾ ਹਾਂ ਤੇ ਆ ਕੈਪਟਨ ਸਾਹਿਬ ਪਿੱਛੇ ਜੇ ਆ ਕੇ ਇਹਨਾਂ ਨੇ ਹੁਣ ਕੱਢ ਦਿੱਤੇ, ਕੈਪਟਨ ਸਾਹਿਬ ਅੱਡ ਆਪਦੀ ਪਾਰਟੀ ਬਣਾ ਕੇ ਬਹਿ ਗਏ ਆ, ਕਿਸਾਨ ਆਗੂ ਆ ਕੇ ਅੱਡ ਪਾਰਟੀ ਬਣਾ ਕੇ ਬਹਿ ਗਏ, ਚੰਨੀ ਤੇ ਸਿੱਧੂ ਕਹਿੰਦੇ ਅਸੀਂ ਵਧੀਆ, ਕੇਜਰੀਵਾਲ ਸਾਹਿਬ ਅੱਡ ਆਪਦੀ ਪਾਰਟੀ ਬਣਾ ਕੇ ਬਹਿ ਗਏ, ਇਹ ਵੀਰ ਕੋਈ ਚੜੂਨੀ ਸਾਹਿਬ ਵੀ ਅੱਡ ਪਾਰਟੀ ਬਣਾ ਕੇ ਬਹਿ ਗਏ। ਇਹ ਕੋਈ ਪਤਾ ਨਹੀਂ, ਇਹ ਕੋਈ ਪਤਾ ਨਹੀਂ, ਖਬਰ ਉਸੇ ਨੂੰ ਕੈਪਟਨ ਸਾਹਿਬ ਨੂੰ ਇਹ ਪਾ ਦਈਏ, ਇਹ ਕੋਈ ਪਤਾ ਨਹੀਂ, ਟਾਈਮ ਦੱਸੂਗਾ ਇਹ ਤਾਂ। ਅੱਛਾ ਹਾਂ ਇਹ ਕੋਈ ਪਤਾ ਨਹੀਂ ਹੈਗਾ, ਅਸੀਂ ਕਹੀਏ ਵੀ ਇਸਨੂੰ ਪਾਉਂਦੇ ਨਹੀਂ, ਖਬਰ ਉਸੇ ਨੂੰ ਪਾਉਣੀਆਂ ਪੈ ਜਾਣ। ਉਦਾਂ ਮੈਨੂੰ ਇੱਕ ਗੱਲ ਦੱਸੋ ਮਾਂ, ਵੀ ਕੈਪਟਨ ਸਾਹਿਬ ਨੂੰ ਐਂਡ ਜੇ ਤੇ ਆ ਕੇ ਇਹਨਾਂ ਨੇ ਕਾਂਗਰਸ ਚੋਂ ਬਾਹਰ ਕੱਢ ਕੇ ਮਾਰਿਆ ਹਨਾ, ਉਹ ਸਾਰੀ ਉਮਰ ਮਤਲਬ ਕਹਿ ਲਓ ਵੀ ਕੁਰਸੀ ਤੇ ਬੈਠੇ ਰਹੇ ਆ, ਤੁਹਾਨੂੰ ਤਰਸ ਜਿਹਾ ਆਉਂਦਾ ਉੱਤੇ ਕਿ ਨਹੀਂ? ਐਂ ਤਾਂ ਇੱਕ ਵਾਰ ਲੱਗਿਆ ਹਾਂ ਵੀ ਚੱਲ ਇਹ ਵੀ ਠੀਕ ਤਾਂ, ਕਾਹਨੂੰ ਸਿੱਟਣਾ ਤਾਂ, ਪਰ ਉਹਨੇ ਪਹਿਲਾਂ ਸਾਡੀ ਮਦਦ ਨਹੀਂ ਕਰੀ। ਵੀ ਪਹਿਲਾਂ ਸਾਡੀ ਮਦਦ ਨਹੀਂ, ਉਹਨਾਂ ਨੇ ਸਾਈਨ ਕਰਕੇ ਗਲਤ ਕਰੇ ਹੋਏ ਆ, ਜਿਹੜੇ ਉਹਨਾਂ ਨੇ ਸਾਈਨ ਕਰੇ ਉਸ ਗੱਲ ਦਾ ਸਾਨੂੰ ਰੋਸ ਹੈ। ਪਰ ਐ ਹੁਣ ਬਾਅਦ ਚ ਤਾਂ ਸੋਚਦੇ ਆ ਵੀ ਕਾਹਨੂੰ ਸਿੱਟਣਾ ਤਾਂ ਵਿਚਾਰਾ ਕੱਢ ਕੇ। ਗੁਟਕਾ ਸਾਹਿਬ ਦੀ ਸਹੁੰ ਖਾਦੀ ਸੀ ਉਹਨਾਂ ਨੇ ਤਾਂ ਨਸ਼ੇ ਖਤਮ ਕਰ ਫਿਰ ਉਹ ਤਾਂ ਪਹਿਲਾਂ ਗੁੱਸਾ ਹੀ ਤਾਂ, ਉਹ ਤਾਂ ਗੁੱਸਾ ਪੂਰਾ ਤਾਂ ਪਹਿਲਾਂ ਤਾਂ। ਬੱਚੇ ਤਾਂ ਹੁਣ ਵੀ ਮਰ ਰਹੇ ਆ। ਹੁਣ ਤਾਂ ਉਹ ਕੁਛ, ਹੁਣ ਉਹਦੇ ਪੱਲੇ ਹੀ ਨਹੀਂ ਕੁਛ ਹੈਗਾ, ਹੁਣ ਉਹ ਕੀ ਕਰੂਗਾ? ਨਾ ਉਹਦੇ ਪੱਲੇ ਨਸ਼ੇ ਰਹੇ, ਨਾ ਉਹਦੇ ਪੱਲੇ ਕੋਈ ਅਧਿਕਾਰ ਰਿਹਾ, ਹੁਣ ਉਹ ਕੀ ਕਰ ਦੂਗਾ? ਨਹੀਂ ਤੇ ਹੁਣ ਜੇ ਨਵੀਂ ਪਾਰਟੀ 'ਚ ਫੇਰ ਤੁਸੀਂ ਵੋਟਾਂ ਪਾਤੀਆਂ, ਫੇਰ ਜਿੱਤ ਜਾਣਾ ਉਹਨਾਂ ਨੇ, ਫੇਰ ਨਸ਼ੇ ਖਤਮ ਕਰਨੇ। ਖਬਰੇ ਕਰੇ ਦਵੇ, ਹੁਣ ਕੋਈ ਸੱਟ ਲੱਗ ਲਈ ਹੋਵੇ ਉਹਨੂੰ ਵੀ, ਖਬਰੇ ਉਹ ਵੀ ਕਰ ਦਵੇ ਨਸ਼ੇ ਖਤਮ। ਉਹਨੂੰ ਵੀ ਤਾਂ ਲੱਗਿਆ ਹੀ ਆ ਝਟਕਾ, ਜਦੋਂ ਸਿੱਟਿਆ ਉਹ ਵੀ ਝਟਕਾ ਲੱਗਿਆ ਉਹਨੂੰ, ਬੰਦਿਆਂ ਦਾ ਵੀ ਲੱਗਿਆ ਹੀ ਹੋਊਗਾ ਉਹਨੂੰ ਝਟਕਾ, ਜੇ ਸਾਨੂੰ ਲੱਗਿਆ ਉਹਨੂੰ ਵੀ ਤਾਂ ਲੱਗਿਆ ਹੋਣਾ।
ਰਾਜੇਵਾਲ ਸਾਹਿਬ ਹੋਰੀ ਮਾਂ ਪਹਿਲਾਂ ਉੱਥੇ ਕਹਿੰਦੇ ਸੀਗੇ ਵੀ ਕੋਈ ਰਾਜਨੀਤਿਕ ਪਾਰਟੀ ਥੜੇ ਨਹੀਂ ਚੜ੍ਹਨੀ ਚਾਹੀਦੀਗੀ ਕਿਸਾਨੀ ਮੋਰਚੇ ਦੇ, ਅਸੀਂ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਨਹੀਂ ਜੁੜਨਾ। ਹੁਣ ਉਹ ਖੁਦ ਆ ਕੇ ਵੋਟਾਂ 'ਚ ਖੜ ਗਏ, ਤੁਹਾਨੂੰ ਵਧੀਆ ਲੱਗਿਆ? ਨਾ ਸਾਨੂੰ ਉਹ ਵਧੀਆ ਨਹੀਂ ਲੱਗ ਰਹੇ। ਅਸੀਂ ਕਿਸੇ ਨੂੰ ਚੜਨੇ ਨਹੀਂ ਦਿਆ ਵੀ ਸਾਡੇ ਨਾਲ ਪਿੰਡਾਂ 'ਚ ਬੜੋ ਆ ਕੇ ਕੋਈ ਵੀ ਰਾਜਨੀਤਿਕ। ਜੇ ਰਾਜੇਵਾਲ ਜੀ ਹੁਣ ਵੋਟਾਂ ਮੰਗਣ ਆਉਣਗੇ ਤੁਹਾਡੇ ਕੋਲ, ਕਹਿੰਦੇ ਮੈਂ ਤਾਂ ਕਿਸਾਨ ਆਗੂ ਆ, ਮੈਨੂੰ ਵੋਟਾਂ ਪਾਓ, ਤੁਹਾਨੂੰ ਵਧੀਆ ਚੀਜ਼ ਲੱਗੀ ਕਿ ਨਹੀਂ? ਬਈ ਨਹੀਂ, ਮੈਨੂੰ ਤਾਂ ਲੱਗੀ ਨਹੀਂ। ਕਿਉਂ? ਨਾ ਮੈਨੂੰ ਨਹੀਂ ਹਜੇ ਲੱਗੀ ਹੈਗੀ। ਅਜੇ ਕੋਈ ਪਤਾ ਹੀ ਨਹੀਂ ਹੈਗਾ ਸਾਨੂੰ ਤਾਂ ਵੀ ਕੇਸ ਮਾਰਿਆ ਕਿਸੇ ਨੇ। ਨਹੀਂ ਕਿਉਂ ਮਾਤਾ, ਕਿਉਂ ਰਾਜੇਵਾਲ ਸਾਹਿਬ ਦਾ ਕਿਉਂ ਨਹੀਂ ਵਧੀਆ ਲੱਗਿਆ? ਨਹੀਂ ਉਹਦਾ ਹੈ ਨਾ, ਜਿਹੜਾ ਬੰਦਾ ਉੱਥੇ ਉਹਦੇ ਮਾ ਵਗ ਗਿਆ ਕਿਸਾਨਾਂ ਮਾ, ਉਹਦਾ ਤਾਂ ਕੋਈ ਹੱਕ ਨਹੀਂ ਨਾ ਇਹਦੇ ਵਿੱਚ ਖੜਨ ਦਾ। ਅੱਛਾ, ਉਹ ਆਪਣੀ ਲੱਗਦਾ ਵੀ ਉਹਨਾਂ ਨੂੰ ਕਿਸਾਨ ਆਗੂ ਰਹਿਣਾ ਚਾਹੀਦਾ। ਹਾਂ ਉਹੀ ਰਹਿਣਾ ਚਾਹੀਦਾ। ਅੱਛਾ, ਵੋਟਾਂ 'ਚ ਨਹੀਂ ਖੜਨਾ। ਵੋਟਾਂ 'ਚ ਨਹੀਂ ਖੜਨਾ ਚਾਹੀਦਾ। ਕਿਉਂ ਬਦਲ ਜਾਣਗੇ ਉਹਨਾਂ ਨੇ ਵੀ ਨਹੀਂ ਰਹਿਣਾ, ਉਹ ਵੀ ਉਧਰ ਬਦਲ ਜਾਣਗੇ। ਜੇ ਵੋਟਾਂ 'ਚ ਖੜ ਗਏ ਉਹ ਵੀ ਬਦਲ ਜਾਣਗੇ, ਉਹ ਵੀ ਬਾਦਲ ਵਰਗੇ ਬਣ ਜਾਣਗੇ। ਵੀ ਤੇ ਚੰਗਾ ਉਹ ਇਸ ਤਰ੍ਹਾਂ ਹੀ ਠੀਕ ਹੈ, ਖੜਦੇ ਤਾਂ ਹੈਗੇ ਹੱਕ 'ਚ। ਹਾਂ ਉਹਨਾਂ ਦਾ ਹੀ ਹੈ। ਸੋ ਮਾਂ ਹੋਰਾਂ ਨੂੰ ਇਹ ਲੱਗਦਾ ਹੈ ਕਿ ਇਧਰ ਨੂੰ ਆ ਜਾਓ ਮਾਂ, ਥੋੜਾ ਪਿੱਛੇ ਚਾਨਣ ਦਾ ਹੈਗਾ ਇਸ਼ੂ। ਇਹਨਾਂ ਨੂੰ ਇਹ ਲੱਗਦਾ ਹੈ ਵੀ ਜੇ ਰਾਜੇਵਾਲ ਸਾਹਿਬ ਹੋਰੀ ਵੋਟਾਂ ਦੇ ਵਿੱਚ ਚਲੇ ਜਾਂਦੇ ਆ ਤੇ ਇਹ ਵੀ ਬਾਦਲਾਂ ਵਰਗੇ ਬਣ ਜਾਣਗੇ। ਇਹ ਇੱਕ ਬੜਾ ਵੱਡੀ ਜਿਹੜੀ ਇੱਕ ਕਹਿ ਸਕਦੇ ਧਾਰਨਾ ਹੀ ਬਣ ਗਈ ਹੋਈ ਹੈ ਵੀ ਜੋ ਰਾਜਨੀਤੀ 'ਚ ਜਾਊਗਾ ਉਹ ਲੋਕਾਂ ਦੇ ਪੱਖੀ ਨਹੀਂ ਰਹੂਗਾ। ਇਹ ਇੱਕ ਧਾਰਨਾ ਬਣ ਗਈ ਹੋਈ ਆ। ਭੈਣੇ ਕਿਵੇਂ ਲੱਗਦਾ ਮਾਂ ਹੋਰਾਂ ਦੀਆਂ ਗੱਲਾਂ ਸੁਣੀਆਂ ਹਨਾ, ਕਿਸਾਨੀ ਮੋਰਚੇ ਦੇ ਵਿੱਚ ਜਾ ਕੇ ਖੜੀਆਂ, ਧਾਰਨਾ ਹੀ ਬਣ ਗਈ ਆ ਮਨ 'ਚ। ਇਹਨਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਆ, ਆਪਣੇ ਮਰਦਾਂ ਪਿੱਛੇ ਜਾਂ ਕਹ ਲਓ ਆਪ ਕੀ ਪੱਕੇ ਆ, ਜਾਂ ਕੋਈ ਪੱਕਾ ਕੱਟੜ ਕਾਂਗਰਸੀ ਆ ਜਾਂ ਫਿਰ ਕੱਟੜ ਅਕਾਲੀ ਆ ਹਨਾ। ਹੁਣ ਇਹਨਾਂ ਨੂੰ ਐਂ ਲੱਗਦਾ ਵੀ ਜੇ ਰਾਜੇਵਾਲ ਜੀ ਵੀ ਜਾਣਗੇ ਤੇ ਉਹ ਵੀ ਉਵੇਂ ਦੇ ਹੋ ਜਾਣਗੇ। ਕੀ ਲੱਗਦਾ ਵੀ ਇਹ ਰਾਜਨੀਤੀ ਇਸ ਹੱਦ ਤੱਕ ਖਰਾਬ ਕਿਉਂ ਹੋ ਗਈ? ਹਾਂਜੀ ਦੇਖੋ ਇਹ ਸੋਚ ਹੈ, ਦੇਖੋ ਬਜ਼ੁਰਗਾਂ ਦੀ ਸੋਚ ਹੈ, ਇਹ ਸਾਡੀ ਨਹੀਂ ਬਜ਼ੁਰਗਾਂ ਦੀ ਸੋਚ ਹੈ। ਦੇਖੋ ਉਹਨਾਂ ਨੇ ਦੱਸਤੀ ਨਾ ਆਪਣੀ ਸੱਚਾਈ ਵੀ ਜੇ ਕਿਸਾਨ ਲੀਡਰ ਵੀ ਇਸ ਰਾਜਨੀਤੀ 'ਚ ਵੜਨਗੇ ਉਹ ਵੀ ਇਹਨਾਂ ਵਰਗੇ ਹੀ ਹੋ ਜਾਣਗੇ ਜੀ। ਠੀਕ ਹੈ, ਉਹ ਤਾਂ ਆਪੇ ਲੀਡਰ ਹੈ ਜੀ, ਕਿਸਾਨ ਤਾਂ ਆਪੇ ਲੀਡਰ ਹੈ ਜੀ। ਦੇਖੋ 1.5 ਸਾਲ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ, ਕਿਸੇ ਲੀਡਰ ਦਾ ਕਿਸੇ ਪੁਲਿਸ ਅਫਸਰ ਦਾ ਆਪਣੇ ਤੇ ਕੋਈ ਝੁਕਾਅ ਨਹੀਂ ਸੀਗਾ। ਠੀਕ ਹੈ, ਆਪਾਂ ਆਪਣੇ ਦਮ ਤੇ ਬੈਠੇ ਸੀਗੇ ਜੀ, ਆਪਾਂ ਕਿਸੇ ਦੇ ਉਹਦੇ ਨਾਲ ਨਹੀਂ ਬੈਠੇ ਸੀਗੇ। ਦੇਖੋ ਇਹ ਮੈਂ ਤਾਂ ਆਪ ਇਹੀ ਗੱਲ ਕਹੂੰਗੀ ਵੀ ਉਹ ਤਾਂ ਆਪੇ ਲੀਡਰ ਹੈ, ਉਹ ਰਾਜਨੀਤੀ ਕਿਉਂ ਭਾਲ ਰਹੇ ਹੈ। ਠੀਕ ਹੈ, ਆਪਾਂ ਤਾਂ ਆਪੇ ਜੇ ਇਸ ਗੱਲਾਂ ਵਿੱਚ ਵੜਾਂਗੇ, ਇਹਨਾਂ ਦੇ ਪਿੱਛੇ ਲੱਗਾਂਗੇ, ਰਾਜਨੀਤਾਂ ਦੇ ਪਿੱਛੇ ਪਵਾਂਗੇ ਤਾਂ ਆਪਾਂ ਵੀ ਖਰਾਬ ਹੋਵਾਂਗੇ, ਕਿਉਂਕਿ ਆਪਾਂ ਤਾਂ ਪਹਿਲਾਂ ਹੀ ਤੰਗ ਆ, ਇਹਨਾਂ ਤੋਂ ਬਹੁਤ ਤੰਗ ਹੈ ਜੀ। ਇਹੋ ਜਿਹੀ ਕੋਈ ਗੱਲ ਨਹੀਂ। ਦੇਖੋ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸੀ। ਜਿਹੜੀਆਂ ਇਹ 70 ਸਾਲਾਂ ਤੋਂ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਨੇ, ਇਹਨਾਂ ਨੇ ਸਾਡਾ ਕੁਝ ਨਹੀਂ ਬਣਾਇਆ। ਦੇਖੋ ਸਾਨੂੰ ਮਜਬੂਰੀ ਸਾਡੇ ਬੱਚੇ ਬਾਹਰ ਕੱਢਣੇ ਪਏ। ਜੇ ਇਹ ਉਰੇ ਸਾਡੇ ਬੱਚਿਆਂ ਨੂੰ ਹੱਕ ਮਿਲਦਾ ਦਿੰਦੇ ਤਾਂ ਸਾਡੇ ਬੱਚੇ ਅੱਜ ਬਾਹਰ ਨਹੀਂ ਜਾਣੇ ਸੀਗੇ। ਇਹ ਅੰਗਰੇਜ਼ਾਂ ਦਾ ਰਾਜ ਕਹਿੰਦੇ ਸੀ ਕਿ ਅਸੀਂ ਹਟਾਇਆ, ਅੰਗਰੇਜ਼ਾਂ ਦੇ ਰਾਜ 'ਚ ਆਪਾਂ ਬੱਚਿਆਂ ਨੂੰ ਬਾਹਰ ਕੱਢ ਰਹੇ ਹਾਂ, ਉਹਨਾਂ ਦੇ ਜਾ ਕੇ ਆਪਾਂ ਗੁਲਾਮ ਬਣ ਰਹੇ ਹਾਂ। ਜੇ ਉਰੇ ਸਰਕਾਰਾਂ ਚੱਜ ਦੀਆਂ ਹੁੰਦੀਆਂ, ਉਰੇ ਆਪਾਂ ਨੂੰ ਬੱਚਿਆਂ ਨੂੰ ਨੌਕਰੀ ਦਿੰਦੇ ਸਾਡਿਆਂ ਨੂੰ, ਅਸੀਂ ਕਾਹਨੂੰ +2 ਕਰਾ ਬੱਚੇ ਬਾਹਰ ਕੱਢਦੇ ਬਈ? ਸਾਡੇ ਬੱਚਿਆਂ ਨੂੰ ਉਰੇ ਨੌਕਰੀਆਂ ਦੇਣ। ਇਹ ਹੁਣ ਤਾਂ ਚੰਨੀ ਸਾਹਿਬ ਕਹਿੰਦੇ ਆਇਲਸ ਕਰਾਉਣ ਦੇ ਵਿੱਚ ਵੀ ਸਰਕਾਰ ਤੁਹਾਨੂੰ ਮਦਦ ਕਰੂਗੀ। ਨਹੀਂ ਉਹ ਨਹੀਂ ਕੋਈ ਸਹੂਲਤ ਨਹੀਂ ਜੀ, ਸਾਨੂੰ ਕੋਈ ਸਹੂਲਤ ਦੀ ਲੋੜ ਨਹੀਂ ਜੀ। ਅਸੀਂ ਆਪਣੀ ਰੋਟੀ ਆਪਣੇ ਹੱਕ ਨਾਲ ਲੈ ਸਕਦੇ ਹਾਂ, ਖਾ ਸਕਦੇ ਹਾਂ। ਕਿ ਸਾਨੂੰ ਨਾ ਕਿਸੇ ਦੇ 1000 ਰੁਪਏ ਦੀ ਲੋੜ ਆ, ਨਾ ਸਕੂਟਰੀ ਦੀ ਲੋੜ ਆ। ਸਾਨੂੰ ਲੋੜ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਬਣਨੀ ਚਾਹੀਦੀ ਹੈ, ਸਾਨੂੰ ਇਹਦੀ ਲੋੜ ਹੈ ਜੀ। ਸਾਡੇ ਬਜ਼ੁਰਗ 70 ਸਾਲਾਂ ਦੇ ਹੋ ਗਏ, ਇਹਨਾਂ ਦੀ ਲੰਘ ਗਈ ਜੀ। ਠੀਕ ਹੈ, ਸਾਡੀ ਲੰਘ ਜਾਣੀ ਆ, ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਦੀ ਕਿਵੇਂ ਲੰਘਾਵਾਂਗੇ ਅਸੀਂ? ਮੈਂ ਇੱਕ ਜਾਣਨਾ ਚਾਹੁੰਦੀ ਹਾਂ, ਨਾਲ ਇੱਕ ਭੈਣ ਪੰਚਾਇਤ ਮੈਂਬਰ ਵੀ, ਮੈਂ ਉਹਨਾਂ ਤੋਂ ਰਾਜਨੀਤਿਕ ਪੱਖ ਤੋਂ ਸਵਾਲ ਪੁੱਛੂੰਗੀ। ਤੁਸੀਂ ਇੱਕ ਆਮ ਗ੍ਰਹਿਣੀ ਹੋ ਹਨਾ, ਜਿਹੜੀ ਆਪਦੇ ਚੁੱਲ੍ਹਿਆਂ ਤੋਂ ਉੱਠ ਕੇ ਆਪਦੇ ਬੱਚਿਆਂ ਖਾਤਰ ਦਿੱਲੀ ਸੰਘਰਸ਼ ਦੇ ਵਿੱਚ ਬੈਠੀ ਜਾ ਕੇ। ਨਵਜੋਤ ਸਿੰਘ ਸਿੱਧੂ ਜੀ ਨੇ ਥੋੜੇ ਦਿਨ ਪਹਿਲਾਂ ਕਿਹਾ, ਜਦੋਂ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਮੈਂ 1000 ਰੁਪਈਆ ਦਿਆ ਕਰੂੰਗਾ ਪਰ ਮੰਥ ਲੇਡੀਜ਼ ਨੂੰ, ਉਹ ਕਹਿੰਦੇ ਵੀ ਸਾਡੇ ਪੰਜਾਬ ਦੀਆਂ ਜਿਹੜੀਆਂ ਅਣਖੀ ਔਰਤਾਂ ਉਹ ਭਿਖਾਰਨਾਂ ਨਹੀਂ ਹੈਗੀਆਂ। ਪਰ ਹੁਣ ਉਹਨਾਂ ਨੇ 3600 ਪਲਾਨ ਜਿਹੜੇ ਦੱਸ ਦਿੱਤੇ ਆ, 5000 10000 25000 ਦਊਂ ਮੈਂ, ਤੇ 8 ਸਿਲੰਡਰ ਦਊਂ, ਆਹ ਕਰੂੰ ਉਹ ਕਰੂੰ। ਹੁਣ ਕੀ ਕਹਿਣਾ ਚਾਹੋਗੇ? ਹੁਣ ਔਰਤਾਂ ਭਿਖਾਰਨਾਂ ਨਹੀਂ ਬਣਨੀਆਂ, ਜ਼ਿਆਦਾ ਵੱਡੀਆਂ ਬਣਾਤੀਆਂ। ਕੰਗਣਾ ਨੇ ਕਿਹਾ ਸੀ ਨਾ ਬੀਬੀਆਂ ਦਿਹਾੜੀ ਤੇ ਆਈਆਂ ਨੇ। ਠੀਕ ਹੈ ਜੀ, ਉਹ ਕੰਗਣਾ ਨੂੰ ਕਿਹੜੀ ਪਈ ਹੈ? ਠੀਕ ਹੈ, ਇਹ ਸੋਚ ਸਮਝ ਕੇ ਬੋਲਣ। ਅਸੀਂ ਨਾ ਕੇਜਰੀਵਾਲ ਦਾ 1000 ਰੁਪਇਆ ਲੈਣਾ ਤੇ ਨਾ ਨਵਜੋਤ ਸਿੱਧੂ ਦਾ ਅਸੀਂ 5000 ਰੁਪਇਆ ਲੈਣਾ। ਠੀਕ ਹੈ, ਸਾਨੂੰ ਉਹਦੀ ਲੋੜ ਨਹੀਂ ਜੀ। ਇੰਨੀ ਤਾਂ ਸਾਡੇ ਪੈਲੀ ਆ, ਅਸੀਂ ਉਹਨਾਂ ਨੂੰ ਵੀ ਦੇ ਸਕਦੇ ਹਾਂ ਰੋਟੀ ਖਾਣ ਨੂੰ ਜੀ। ਠੀਕ ਹੈ, ਅਸੀਂ ਕੋਈ ਇਹਨਾਂ ਦੇ 5000 ਦੇ ਭੁੱਖੇ ਨਹੀਂ ਹੈਗੇ। ਵੋਟ ਲੈਣੀ ਹੈ ਤਾਂ ਵੋਟ ਲੈਣ, ਕੰਮ ਕਰਨ ਵੋਟਾਂ ਲੈ ਕੇ। ਤਰਕ ਦਿੰਦੇ ਆ, ਉਹ ਕਹਿੰਦੇ ਵੀ ਜਿਨ੍ਹਾਂ ਦੇ ਕੋਲੇ ਪੈਲੀਆਂ, ਜਿਨ੍ਹਾਂ ਦੇ ਘਰ ਸੌਕੇ ਆ, ਉਹਨਾਂ ਨੂੰ ਤਾਂ ਸ਼ਾਇਦ 1000 ਦੀ ਨਾ ਲੋੜ ਹੋਵੇ। ਕਹਿੰਦੇ ਜਿਹੜੇ ਬਹੁਤ ਗਰੀਬ ਆ ਉਹਨਾਂ ਔਰਤਾਂ ਦਾ 1000 ਵੀ 5-5000 ਰੁਪਏ 'ਚ ਕੰਮ ਕਰਦੀਆਂ ਬੀਬੀਆਂ ਜਾ ਕੇ, ਜਿਹੜੀਆਂ ਸਾਡੇ ਪਿੰਡਾਂ ਦੀਆਂ ਬੀਬੀਆਂ ਹੈ, ਵਾਲਮੀਕੀਆਂ ਜਾਂ ਰਮਦਾਸੀਆਂ ਦੀਆਂ ਬੀਬੀਆਂ ਨਾ ਜੀ, ਉਹ 5000 ਰੁਪਇਆ ਤਨਖਾਹ ਲੈ ਰਹੀਆਂ। ਜਿਹੜੀਆਂ ਉਹ ਕਹਿ ਰਹੇ ਅਸੀਂ 5000 ਰੁਪਇਆ ਪਾ ਰਹੇ ਹਾਂ ਨਾ, ਉਹ ਤਨਖਾਹ ਲੈ ਰਹੀਆਂ, ਆਪਣੀ ਮਿਹਨਤ ਕਰ ਰਹੀਆਂ, ਰੋਟੀ ਖਾ ਰਹੀਆਂ ਜੀ। ਭੈਣੇ
ਕਿੰਨਾ ਜ਼ਰੂਰੀ ਆ ਵੀ ਫ੍ਰੀ ਦੀ ਆਫਰ ਦੇਣ ਦੀ ਬਜਾਏ ਵੀ ਆ ਕਿਰਾਇਆ ਬੱਸਾਂ ਦਾ ਮਾਫ ਕਰਤਾ, ਆਹ ਕਰਤਾ, ਉਹ ਕਰਤਾ, ਇਹਦੀ ਬਜਾਏ ਕੀ ਲੱਗਦਾ ਕਿ ਕਿਵੇਂ ਦਾ ਕੁਝ ਇਹਨਾਂ ਨੂੰ ਸਮਾਜ ਦੇ ਵਿੱਚ ਦੇਣਾ ਚਾਹੀਦਾ ਜਿਹਦੇ ਨਾਲ ਲੋਕਾਂ ਨੂੰ ਫ੍ਰੀ ਦੀਆਂ ਚੀਜ਼ਾਂ ਦੀ ਲੋੜ ਹੀ ਨਾ ਪਵੇ? ਹਾਂਜੀ, ਇਹ ਜਿਹੜਾ ਇਹ ਰਾਸ਼ਨ ਲਾ ਦਿੰਦੇ ਨਾ ਫ੍ਰੀ, ਇਹ ਇਹਨਾਂ ਦੇ ਇੱਕ ਕਹਿੰਦੇ ਨਹੀਂ ਆਪਾਂ ਕੁੱਤੇ ਨੂੰ ਰੋਟੀ ਦੀ ਬੁਰਕੀ ਪਾਉਂਦੇ ਆ ਤੇ ਉਹਨੂੰ ਲਾਲਚ ਹੋ ਜਾਂਦਾ, ਠੀਕ ਹੈ। ਇਹ ਉਹ ਬੁਰਕੀਆਂ ਪਾਉਂਦੇ ਆ ਜੀ, ਚਾਹੇ ਉਹ ਕਿਹੜੀ ਵੀ ਸਰਕਾਰ ਹੈ, ਇਹ ਉਹ ਪਾਉਂਦੇ ਆ। ਇਹ ਇਹਨਾਂ ਨੂੰ ਪਾਉਣੀਆਂ ਨਹੀਂ ਚਾਹੀਦੀਆਂ। ਇਹ ਸਭ ਨੂੰ ਰੁਜ਼ਗਾਰ ਦੇਣ, ਜਿਹੜਾ ਛੋਟੇ ਅਹੁਦੇ ਦਾ ਉਹਨੂੰ ਛੋਟਾ ਰੁਜ਼ਗਾਰ ਦੇਣ, ਜਿਹੜਾ ਬੜੇ ਅਹੁਦੇ ਦਾ ਉਹਨੂੰ ਬੜਾ ਰੁਜ਼ਗਾਰ ਦੇਣ, ਪਰ ਰੁਜ਼ਗਾਰ ਦੇਣ। ਇਹ ਨਾ ਕਰਨ ਵੀ ਲੈ ਬਾਈ ਤੈਨੂੰ ਮੁਫਤ ਦੀ ਰੋਟੀ ਪਾਤੀ ਤੇ ਤੂੰ ਖਾਈ ਜਾ ਤੇ ਸਾਡਾ ਗੁਲਾਮ ਬਣਿਆ ਰਹਿ। ਇਹ ਕੰਮ ਨਾ ਕਰਨ, ਗੁਲਾਮੀ ਛੱਡਣ ਔਰ ਛਡਾਉਣ ਤੇ ਕਾਮਯਾਬ ਬਣਾਉਣ ਆਪਣੇ ਪੰਜਾਬ ਨੂੰ, ਤੇ ਇਦਾਂ ਦਾ ਕੋਈ ਕੰਮ ਨਾ ਕਰਨ। ਇਹ ਸਾਨੂੰ ਨਹੀਂ ਪਸੰਦ। ਮੋਦੀ ਸਾਹਿਬ ਪੰਜਾਬ ਚ ਆਏ ਹੋਏ ਅੱਜ। ਕੋਈ ਨਹੀਂ, ਆ ਲੈਣ ਦੋ, ਕੋਈ ਨਹੀਂ, ਦੇਖ ਲੈਣ ਦੋ ਉਹਨੂੰ ਵੀ ਪੰਜਾਬ, ਕਿਉਂਕਿ ਅਸੀਂ ਹੁਣ 1.5 ਸਾਲ ਦਿੱਲੀ ਲਾ ਕੇ ਆਏ ਆ ਨਾ, ਉਹਨੂੰ ਵੀ ਲੱਗਦਾ ਹੋਣਾ ਵੀ ਮੈਂ ਵੀ ਜਾ ਆਵਾਂ, ਉਹਨਾਂ ਨੂੰ ਮਿਲ ਆਵਾਂ। ਉਹ ਮਿਲਣ ਆਇਆ ਹੋਣਾ ਜੀ ਅੱਜ। ਕਿਉਂ ਨਹੀਂ ਮਿਲਣ ਗਏ ਫਿਰ ਅੱਜ ਫਿਰੋਜ਼ਪੁਰ? ਨਹੀਂ, ਅੱਜ ਸਾਨੂੰ ਉਰੇ ਕੰਮ ਸੀਗਾ, ਇਸ ਕਰਕੇ ਨਹੀਂ, ਅੱਜ ਵਿਹਲੇ ਨਹੀਂ ਸੀਗੇ, ਇਸ ਕਰਕੇ ਗਏ ਨਹੀਂ ਹੈਗੇ ਜੀ। ਠੀਕ ਹੈ। ਹਾਂਜੀ ਹਾਂਜੀ। ਇੱਕ ਹੋਰ ਭੈਣ ਮੇਰੇ ਨਾਲ ਖੜੇ ਹੋਏ ਆ, ਇਹ ਪੰਚਾਇਤ ਮੈਂਬਰ ਆ ਪਿੰਡ ਦੇ, ਤੇ ਬਿਨਾਂ ਸ਼ੱਕ ਜਿਹੜੀਆਂ ਔਰਤਾਂ ਕਿਸਾਨੀ ਮੋਰਚੇ ਦੇ ਵਿੱਚ ਵੀ ਡਟੀਆਂ ਰਹੀਆਂ ਤੇ ਰਾਜਨੀਤੀ ਦੇ ਵਿੱਚ ਵੀ ਵੱਧ ਚੜ ਕੇ ਆਪਣਾ ਜਿਹੜਾ ਯੋਗਦਾਨ ਪਾ ਰਹੀਆਂ ਨੇ। ਭੈਣੇ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਹਰਜੀਤ ਕੌਰ। ਜਿਹੜੀ ਹੁਣ ਮੈਂ ਗੱਲ ਕਰਦੀ ਹਾਂ, ਤੁਸੀਂ ਕਿਹੜੀ ਪਾਰਟੀ ਤੋਂ ਪੰਚਾਇਤ ਮੈਂਬਰ ਹੋ? ਅਸੀਂ ਕਾਂਗਰਸ ਪਾਰਟੀ ਤੋਂ। ਕਾਂਗਰਸ ਪਾਰਟੀ ਦਾ ਹੀ ਮੈਂ ਸਵਾਲ ਜਿਹੜਾ ਜਾਣਨਾ ਚਾਹੁੰਦੀ ਆ, ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਜਦੋਂ ਤੁਸੀਂ ਇਸ ਵੇਲੇ ਆਪਣੇ ਹੱਕਾਂ ਦੀ ਗੱਲ ਕਰਦੇ ਹੋ ਔਰ ਇਹਨਾਂ ਲੋਕਾਂ ਨੂੰ, ਲੀਡਰਾਂ ਨੂੰ ਵੀ ਦੱਸ ਰਹੇ ਹੋ ਵੀ ਐਦਾਂ ਨਹੀਂ, ਐਦਾਂ ਰਾਜਨੀਤੀ ਕਰੀਦੀ ਆ? ਉਹਨਾਂ ਸਵਾਲਾਂ ਦੇ ਵਿੱਚ ਨਵਜੋਤ ਸਿੱਧੂ ਜੀ ਨੂੰ ਕੀ ਕਹਿਣਾ ਚਾਹੋਗੇ, ਜਿਨ੍ਹਾਂ ਨੇ ਦੂਜਿਆਂ ਦੇ ਐਲਾਨ ਤੇ ਤਾਂ ਕਹਿ ਦਿੱਤਾ ਕਿ ਔਰਤਾਂ ਭਿਖਾਰਨਾ ਨਹੀਂ ਆ ਸਾਡੇ ਪੰਜਾਬ ਦੀਆਂ, ਤੇ ਹੁਣ ਉਹਨਾਂ ਨੇ ਬਹੁਤ ਸਾਰੇ ਐਲਾਨ ਕਰ ਦਿੱਤੇ ਫ੍ਰੀ 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 ਫ੍ਰੀ, ਆਹ ਕੁਝ ਬੀਬੀਆਂ ਦੇ ਲਈ? ਦੇਖੋ, ਜਿਹੜੇ ਉਹਨਾਂ ਨੇ ਐਲਾਨ ਕਰੇ ਨੇ ਉਹ ਤਾਂ ਗਲਤ ਨੇ ਸਾਰੇ। ਐਲਾਨ ਰਹਿ ਜਾਣਗੇ, ਲਾਗੂ ਤਾਂ ਕੋਈ ਹੋਣੇ ਦਾ ਨਹੀਂ ਇਹਦੇ ਵਿੱਚੋਂ, ਕਿਉਂਕਿ ਸੌਹਾਂ ਖਾ ਕੇ ਪਹਿਲਾਂ ਵੀ ਬਹੁਤ ਕੁਝ ਹੋਇਆ ਵਾ, ਹੁਣ ਵੀ ਉਹੀ ਕੁਝ ਹੋਣਾ ਹੈ। ਪਰ ਜਿਹੜੇ ਇਹਨਾਂ ਨੇ ਆਹ ਹੁਣ ਐਲਾਨ ਕਰੇ ਨੇ, ਜਿਹੜੇ ਆਪਣੀਆਂ ਮਜ਼ਦੂਰ ਬੀਬੀਆਂ ਨੇ, ਚਾਹੇ ਆਪਣੇ ਕੋਈ ਵੀ ਆ, ਚਾਹੇ ਮੈਂ ਕਿਤੇ ਮੈਂ ਮਜ਼ਦੂਰੀ ਕਰਾਂ, ਮਜ਼ਦੂਰੀ ਕਰਕੇ ਮੈਂ ਆਪਣੀ ਮਿਹਨਤ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਸਕਦੀ ਹਾਂ। ਜਿਹੜਾ ਨੇ ਫ੍ਰੀ ਕਣਕ ਅੱਜ ਮਤਲਬ ਕਿ ਚੀਜ਼ਾਂ ਲਾਈਆਂ ਨੇ, ਇਹ ਵੈਸੇ ਗਲਤ ਲਾਈਆਂ ਨੇ, ਮੇਰੇ ਹਿਸਾਬ ਦੇ ਵਿੱਚ ਗਲਤ ਲਾਈਆਂ ਨੇ। ਇਹ ਹੋਣੀਆਂ ਨਹੀਂ ਚਾਹੀਦੀਆਂ ਤੀਆਂ, ਕਿਉਂਕਿ ਜਿਹੜੇ ਮਜ਼ਦੂਰਾਂ ਦੇ ਘਰ ਕਣਕ ਆ ਰਹੀ ਹੈ 30 ਕਿਲੋ ਆ ਰਹੀ ਹੈ, ਇੱਕ ਬੱਚੇ ਨੂੰ 30 ਕਿਲੋ ਆ ਗਈ, ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਨਾ ਵੀ ਸਾਡੇ ਘਰ ਤਾਂ ਕਣਕ ਆ ਗਈ। ਉਹ ਮਤਲਬ ਕਿ ਦਿਹਾੜੀ ਕਰਨ ਤੇ ਬੱਚੇ ਹਟ ਗਏ, ਪੁੱਠੇ ਪਾਸੇ ਨੂੰ ਜ਼ਿਆਦਾ ਲੱਗ ਗਏ, ਜਾਂ ਕੋਈ ਮਤਲਬ ਕਿ ਲਾ ਲਓ ਨਸ਼ਾ ਵੇਚਣ ਲੱਗ ਗਿਆ, ਜਾਂ ਕੋਈ ਆਹ ਹੋ ਗਿਆ ਵਾਹ ਹੋ ਗਿਆ, ਬੇਲੇ ਫਿਰਨ ਲੱਗ ਗਏ ਬੱਚੇ। ਪਰ ਜੇ ਬੱਚਿਆਂ ਦੇ ਉਹਨਾਂ ਦੇ ਘਰ ਦੇ ਵਿੱਚ ਨਾ ਕੋਈ ਮਤਲਬ ਕਿ ਚੀਜ਼ ਫ੍ਰੀ ਆਉਂਦੀ ਤਾਂ ਉਹਨਾਂ ਨੂੰ ਫਿਕਰ ਹੁੰਦਾ ਨਾ ਵੀ ਅਸੀਂ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਕੀ ਖਿਲਾਵਾਂਗੇ। ਇਸ ਟਾਈਮ ਉਹਨੂੰ ਫਿਕਰ ਨਹੀਂ, ਕਿ ਉਹਨੂੰ ਪਤਾ ਵੀ ਜਿਹੜੇ ਮਹੀਨੇ ਸਾਡੇ ਕੋਲ 6ਵੇਂ ਮਹੀਨੇ ਆ ਜਾਣਾ ਦਾਣੇ, ਸਾਡੇ ਕੋਲ ਆ ਜਾਣੇ ਨੇ। ਵੀ ਇਹ ਚੀਜ਼ ਦੇ ਵਿੱਚ ਮੈਂ ਐਗਰੀ ਨਹੀਂ ਕਰਦੀ। ਇੱਕ ਕਾਂਗਰਸੀ ਮਤਲਬ ਇੱਕ ਰਾਜਨੀਤੀਵਾਨ ਹੋਣ ਦੇ ਨਾਤੇ ਕੈਪਟਨ ਸਾਹਿਬ ਦਾ ਗੱਦੀਓਂ ਲਾਹੇ ਜਾਣਾ, ਫਿਰ ਨਵਜੋਤ ਸਿੰਘ ਸਿੱਧੂ ਦਾ ਹਾਵੀ ਹੋਣਾ, ਉਸ ਤੋਂ ਬਾਅਦ ਚੰਨੀ ਜੀ ਨੂੰ ਦਲਿਤ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕਰਕੇ ਸੱਤਾ ਦੇ ਉੱਤੇ ਕਾਬਜ਼ ਕਰ ਦੇਣਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਜਦੋਂ ਇੱਕ ਨੀਚੋਂ ਇੱਕ ਪੰਚਾਇਤ ਮੈਂਬਰ ਹੋਣ ਦੇ ਨਾਤੇ ਦੇਖਿਆ ਜਾਵੇ ਕਿ ਇੱਕ ਵਲੰਟੀਅਰ, ਗਰਾਊਂਡ ਲੈਵਲ ਦਾ ਵਲੰਟੀਅਰ ਹੋਣ ਦੇ ਨਾਤੇ ਕਾਂਗਰਸ ਦੀ ਇਸ ਦਸ਼ਾ ਨੂੰ ਕਿਵੇਂ ਦੇਖਦੇ ਹੋ? ਇਸ ਦਸ਼ਾ ਦੇ ਵਿੱਚ ਆਉਣ ਵਾਲੇ ਸਮੇਂ 'ਚ ਭਲਾ ਲੁਕਿਆ ਹੋਇਆ ਜਾਂ ਫਿਰ ਵਿਨਾਸ਼? ਨਹੀਂ, ਭਲਾ ਭੁਲਾ ਤਾਂ ਕੋਈ ਨਹੀਂ ਹੈਗਾ ਜੀ, ਮੈਨੂੰ ਤਾਂ ਲੱਗਦਾ। ਵੈਸੇ ਹੁਣ ਜਿੰਨੇ ਐਲਾਨ ਕਰੇ ਨੇ ਜਾਂ ਮੈਂ ਬੀਬੀਆਂ ਵਾਸਤੇ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਇਹ ਸਾਰੇ ਮਤਲਬ ਕਿ ਉਹੀ ਐਲਾਨ ਹੀ ਰਹਿ ਗਏ, ਲਾਗੂ ਕੋਈ ਨਹੀਂ ਹੋਇਆ ਇਹਨਾਂ ਦੇ ਵਿੱਚੋਂ, ਹੁਣ ਤੱਕ ਨਹੀਂ ਕੋਈ ਵੀ ਲਾਗੂ ਹੋਇਆ। ਤੁਹਾਡੀ ਨਜ਼ਰ ਦੇ ਵਿੱਚ ਕੈਪਟਨ ਸਾਹਿਬ ਵਧੀਆ ਮੁੱਖ ਮੰਤਰੀ ਸੀ ਕਾਂਗਰਸ ਦੇ ਜਾਂ ਚੰਨੀ ਜੀ? ਨਹੀਂ, ਕੈਪਟਨ ਵੀ ਠੀਕ ਸੀਗਾ, ਹੁਣ ਲਾ ਲਓ ਵੀ ਚੰਨੀ ਠੀਕ ਆ ਬਸ। ਠੀਕ ਸੀਗਾ ਜੀ, ਜਿੱਥੇ ਤੱਕ ਮੈਂ ਚੱਲਦਾ ਚਲੋ ਠੀਕ ਸੀਗਾ ਵੈਸੇ ਵੀ। ਮੰਨ ਲਓ ਵੀ ਆਪਣੇ ਪਿੰਡ ਨੂੰ ਗਰਾਂਟਾਂ ਦੇਣੀਆਂ, ਉਹ ਵੀ ਜਿਹਨੂੰ ਠੀਕ ਦਿੱਤੀਆਂ ਉਹਨਾਂ ਨੇ। ਵੀ ਹੁਣ ਗਾਹਾਂ ਅੱਗੇ ਦੇਖੀ ਜਾਓਗੇ ਵੀ ਕੀ ਚੱਲਦਾ। ਹੁਣ ਮੇਰਾ ਆਖਰੀ ਸਵਾਲ ਹੈ ਕਿ ਕਿਸਾਨ ਆਗੂਆਂ ਦਾ ਇਲੈਕਸ਼ਨ ਦੇ ਵਿੱਚ ਖੜੇ ਹੋ ਕੇ ਚੋਣਾਂ ਲੜਨ ਦਾ ਐਲਾਨ ਕਰਨਾ ਤੁਹਾਡੀ ਨਜ਼ਰ 'ਚ ਸਹੀ ਹੈ ਜਾਂ ਗਲਤ? ਦੇਖੋ, ਸਹੀ ਤਾਂ ਮੈਂ ਤਾਂ ਕਹਿ ਰਹੀ ਹਾਂ ਵੀ ਜਿਹੜੇ ਆਗੂ ਨੇ ਆਪਣੇ ਮੁਰਲੇ ਲੀਡਰ, ਉਹਨਾਂ ਨੇ ਨਹੀਂ ਖੜਨਾ ਚਾਹੀਦਾ। ਤਾਂ ਜਿਹੜੇ ਉਹਨਾਂ ਦੇ ਪਿਛਲੇ ਸਮਝੇ, ਜਿਹੜੇ ਜ਼ਿਲ੍ਹਾ ਲਾ ਲਓ ਚਾਹੇ ਤੁਸੀਂ ਬਲਾਕ ਲਾ ਲਓ, ਉਹ ਜਿਹੜੇ ਪਿਛਲੇ ਆਗੂ ਸੀਗੇ ਨਾ, ਉਹਨੇ ਜਿਵੇਂ ਜ਼ਿਲ੍ਹਾ ਪ੍ਰਧਾਨ ਲਾ ਲਓ, ਇਹਨਾਂ ਨੂੰ ਖੜਾ ਦੇਣਾ ਚਾਹੀਦਾ। ਤਾਂ ਉਹਨਾਂ ਨੇ ਜੇ ਖੜਨਾ ਸੀਗਾ, ਜੇ ਮਤਲਬ ਕਿ ਪੋਲਿਟਿਕਸ ਵਿੱਚ ਆਉਣਾ ਸੀ ਤਾਂ ਉਹਨਾਂ ਨੂੰ ਖੜਾ ਦੇਣਾ ਸੀਗਾ, ਜਿਵੇਂ ਮਤਲਬ ਕਿ ਛੋਟੀ ਲੈਵਲ ਤੇ।
ਉਹਨਾਂ ਨੂੰ ਲਿਆ ਕੇ ਸੱਤਾ ਦੇ ਵਿੱਚ ਲੈ ਆਉਂਦੇ, ਪਰ ਆਪ ਕਿਸਾਨ ਆਗੂ ਰਹੇ। ਆਪ ਕਿਸਾਨ ਆਗੂ ਰਹਿੰਦੇ ਜੀ। ਜੇ ਇਹਨਾਂ ਨੇ ਮਤਲਬ ਕਿ ਆਪਣੀ ਲੜਾਈ ਲੜਨੀ ਸੀ ਨਾ, ਆਪਾਂ ਕਹਿੰਦੇ ਵੀ ਕਿਸਾਨ ਉਹਦੇ ਵਿੱਚ ਆਉਣਾ ਚਾਹੀਦਾ, ਪੋਲਿਟਿਕਸ ਵਿੱਚ ਆਉਣਾ ਚਾਹੀਦਾ। ਉਹਨਾਂ ਨੇ ਮਤਲਬ ਜਿਹੜਾ ਥੱਲੇ ਪੱਧਰ ਤੇ ਜਿਵੇਂ ਮਤਲਬ ਲਾ ਲਓ ਵੀ ਜ਼ਿਲ੍ਹਾ ਪ੍ਰਧਾਨ ਹੋ ਗਿਆ, ਕੋਈ ਬਲਾਕ ਪ੍ਰਧਾਨ ਹੋ ਗਿਆ, ਇਹਨਾਂ ਨੂੰ ਆਪਣੇ ਉਹਦੇ ਵਿੱਚ ਸੱਤਾ ਵਿੱਚ ਖੜਾ ਦਿੰਦੇ ਨਾ। ਜਿਹੜੇ ਆਪ ਆਗੂ ਬਾਈ ਖੜੇ ਨੇ, ਇਹਨਾਂ ਦਾ ਮਤਲਬ ਕਿ ਠੀਕ ਜਿਹਾ ਨਹੀਂ ਲੱਗਿਆ ਹੈਗਾ ਸਾਨੂੰ ਖੜਨਾ। ਕਿਉਂਕਿ ਜਦੋਂ ਹੁਣ ਕੋਈ ਉਹ ਹੁੰਦਾ ਪੋਲਿਟਿਕਸ ਦਾ, ਕੋਈ ਗਲਤ ਕਦਮ ਉਠਾ ਰਹੀ ਹੈ, ਤਾਂ ਫਿਰ ਹੁਣ ਉੱਥੇ ਜਿਹੜਾ ਧਰਨਾ ਲੱਗੂਗਾ, ਫਿਰ ਉਹ ਧਰਨਾ ਲਾਉਣਗੇ ਕਿ ਜਾਂ ਆਪਣੀ ਪੋਲਿਟਿਕਸ ਨਿਭਾਉਣਗੇ। ਕਿਤੇ ਨਾ ਕਿਤੇ ਐਂ ਲੱਗਦਾ ਹੈ ਕਿ ਰਾਜਨੀਤੀ ਚ ਆਉਣੇ ਤੁਸੀਂ ਇਹ ਕਿਸਾਨ ਆਗੂ ਗਵਾਲੇ, ਵਧੀਆ ਕਿਸਾਨ ਆਗੂ ਗਵਾਲੇ। ਬਹੁਤ ਵਧੀਆ ਹਾਂਜੀ। ਦੋ ਮਾਵਾਂ ਹੋਰ ਆ ਮੇਰੇ ਨਾਲ, ਇਹਨਾਂ ਤੋਂ ਤਾਂ ਮੈਂ ਜ਼ਰੂਰ ਜਾਣਨਾ ਹੈ। ਜਦੋਂ ਇਹ ਮਾਵਾਂ ਹੱਥ ਜੇ ਮਾਰਦੀਆਂ ਹੁੰਦੀਆਂ, ਇਹਨਾਂ ਕੋਲੇ ਅਸਲੀ ਮਸਲੇ ਹੁੰਦੇ ਆ। ਚੁੱਲ੍ਹਿਆਂ ਤੇ ਬੈਠ ਕੇ ਜਦੋਂ ਘਰ ਦੇ ਬਜਟ ਨੂੰ ਦੇਖਦੀਆਂ ਤੁਸੀਂ ਵੀ ਕਿੰਨੇ ਕੁ ਪੈਸੇ ਆਏ ਬੰਦੇ ਨੇ, ਤੇ ਆਹ ਚੁੱਲ੍ਹੇ 'ਚ ਵੜ ਗਏ, ਜਵਾਕ ਦੀ ਫੀਸ, ਬਾਪੂ ਦੀ ਦਵਾਈ, ਬੇਬੇ ਦੀਆਂ ਅੱਖਾਂ, ਇਹ ਸਾਰੇ ਕਾਸੇ ਦੇ ਵਿੱਚ ਕੀ ਲੱਗਦਾ ਹੈ ਕਿ ਰਾਜਨੀਤਿਕਾਂ ਨੇ ਹੁਣ ਤੱਕ ਤੁਹਾਨੂੰ ਕੋਈ ਸੰਤੁਸ਼ਟੀ ਦਿੱਤੀ ਆ ਜਾਂ ਨਿਰਾਸ਼ਾ ਹੀ ਪੱਲੇ ਪਈ ਆ? ਨਿਰਾਸ਼ਾ ਹੀ ਪੱਲੇ ਪਈ ਆ, ਕਿਉਂਕਿ ਮੇਰਾ ਪਰਿਵਾਰ ਬਹੁਤ ਵੱਡਾ, ਮੇਰੀ ਜੁਆਇੰਟ ਫੈਮਿਲੀ ਆ। ਮੈਨੂੰ ਤੁਹਾਨੂੰ ਪਤਾ ਹੀ ਹੈ ਵੀ ਜੁਆਇੰਟ ਫੈਮਿਲੀ ਕਿੰਨੀ ਕੁ ਹੈਂਡਲ ਕਰਨੀ ਸੌਖੀ ਆ। ਇਸ ਕਰਕੇ ਵੀ ਨਹੀਂ, ਮੈਨੂੰ ਤਾਂ ਕੋਈ ਸਰਕਾਰ ਵੱਲੋਂ ਮਦਦ ਕੋਈ ਕਿਸੇ ਤਰ੍ਹਾਂ ਦੀ ਨਹੀਂ ਮਿਲੀ ਹੈਗੀ। ਕਿਉਂਕਿ ਮੇਰੇ ਨਾਲ ਮੇਰੀ ਭੈਣ ਵਿਧਵਾ ਏ, ਉਸਦੀ ਬੇਟੀ ਦੀ 2 ਬੇਟੀਆਂ ਸੀਗੀਆਂ, ਸ਼ਾਦੀ ਕਰੀ ਆ। ਫਿਰ ਕਹਿੰਦੇ ਨੇ ਵੀ ਕਿ ਸਗਨ ਸਕੀਮ ਇੰਨੇ ਪੈਸੇ ਵੀ ਨਹੀਂ, ਕਿਉਂਕਿ ਜਦੋਂ ਅਸੀਂ ਸੁਵਿਧਾ ਕੇਂਦਰ 'ਚ ਜਾਂਦੇ ਹਾਂ ਕਿ ਉਹ ਸਾਡੇ ਫਾਰਮ ਤੱਕ ਵੀ ਨਹੀਂ ਫੜੇ। ਅੱਜ ਆ ਜਿਓ, ਕੱਲ੍ਹ ਆ ਜਿਓ, ਅੱਜ ਆ ਜਿਓ, ਕੱਲ੍ਹ ਆ ਜਿਓ। ਜਦੋਂ ਲਾਸਟ ਡੇਟ 'ਤੇ ਗਏ ਵੀ 3 ਮਹੀਨਿਆਂ ਬਾਅਦ ਕਹਿੰਦੇ ਵੀ ਡੇਟ ਲੰਘ ਗਈ। ਡੇਟ ਲੰਘ ਗਈ ਵੀ ਅਸੀਂ ਕੁਝ ਨਹੀਂ ਕਰ ਸਕਦੇ, ਵੀ ਤੁਸੀਂ ਲੇਟ ਹੋ ਗਏ। ਕਿਉਂਕਿ ਜਦ ਕਿ ਅਸੀਂ 3 ਮਹੀਨਿਆਂ ਤੋਂ ਲਗਾਤਾਰ ਜਾਂਦੇ ਸੀਗੇ ਵੀ ਸਗਨ ਸਕੀਮ ਦੇ ਫਾਰਮ ਦੇਖੋ। ਫਿਰ ਕਿੰਨੀ ਕੁ ਬੇਇੱਜ਼ਤੀ ਵਾਲੀ ਗੱਲ ਆ ਵੀ ਆਪਾਂ ਕੁੜੀਆਂ ਦੇ ਸਹੁਰਿਆਂ ਤੋਂ ਵੀ ਆਪਾਂ ਉਹ ਕਹਿੰਦੇ ਨੇ ਵੀ ਸਰਪੰਚ ਦੇ ਸਾਈਨ ਕਰਵਾ ਕੇ ਲਿਆਵੋ ਕਾਰਡ ਤੇ ਜਾਂ ਫਾਰਮ ਤੇ, ਵੀ ਆਪਾਂ ਸਭ ਕੁਝ ਕੀਤਾ, ਪਰ ਨਹੀਂ, ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ। ਤੁਹਾਨੂੰ ਨਮੋਸ਼ੀ ਫੀਲ ਹੋਈ ਆ, ਕਿਉਂਕਿ ਚਲੋ ਮੇਰਾ ਪਰਿਵਾਰ ਤਾਂ ਠੀਕ ਆ, ਅਸੀਂ ਜੁਆਇੰਟ ਫੈਮਿਲੀ ਆ, ਨਾਲ ਮੇਰੀ ਭੈਣ ਆ, ਉਹਦੇ ਹਸਬੈਂਡ ਹੈ ਨਹੀਂ, ਡੈਥ ਹੋਈ ਆ। ਮੇਰੇ ਘਰ ਵਾਲੇ ਮਤਲਬ ਇਕਲੌਤਾ, ਉਹ ਵੀ ਹਾਂਜੀ ਪਰਿਵਾਰ ਤੋਂ ਪਰਦਾ ਹੁੰਦਾ, ਨਹੀਂ ਵੀ ਦੱਸਣਾ ਹੁੰਦਾ ਹੈਗਾ। ਹਾਂਜੀ ਹਾਂ, ਵੀ ਆਪਾਂ ਹੁਣ ਦੇਖੋ ਸਹੁਰਿਆਂ ਤੋਂ ਵੀ ਉਹਨਾਂ ਦੇ ਸਾਈਨ ਕਰਕੇ ਕਾਰਟ ਮੰਗਵਾਏ, ਕਿੰਨੀ ਕੁ ਆਪਾਂ ਨੂੰ ਵੀ ਅਗਲਾ ਕਹਿੰਦਾ ਵੀ ਲੈ ਕੇ ਪੈਸਿਆਂ ਪਿੱਛੇ ਹਾਂਜੀ ਹਾਂ ਆਏ ਹੋਣਗੇ, ਵੀ ਰੱਖ ਲਏ ਹੋਣਗੇ, ਵੀ ਨਹੀਂ, ਸਾਨੂੰ ਕੁਝ ਨਹੀਂ ਮਿਲਿਆ ਹੈਗਾ। ਭੈਣੇ, ਕਿਸਾਨੀ ਮੋਰਚੇ ਤੇ ਡਟੀਆਂ ਰਹੀਆਂ ਤੁਸੀਂ ਸਾਰੀਆਂ ਮਾਵਾਂ ਨੇ, ਆਲਮੋਸਟ ਸਾਰੀਆਂ ਨੇ ਹਾਜ਼ਰੀ ਲਵਾਈ ਹੋਈ ਹੈ ਨਾ। ਕੀ ਲੱਗਦਾ ਕਿ ਕਿਸਾਨੀ ਮੋਰਚੇ ਤੋਂ ਪਹਿਲਾਂ ਵੀ ਆਹ ਚੀਜ਼ ਪਿੰਡ ਦੇ ਵਿੱਚ ਸਾਡੀ ਜਾਂ ਆਪਸ 'ਚ ਬੁੜੀਆਂ 'ਚ ਨਹੀਂ ਸੀ, ਤੇ ਕਿਸਾਨੀ ਮੋਰਚੇ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਆਹ ਸੋਹਣੀਆਂ ਚੀਜ਼ਾਂ ਜੁੜ ਗਈਆਂ? ਹਾਂਜੀ ਹਾਂ, ਬਹੁਤ। ਜਿਸ ਤਰ੍ਹਾਂ ਅਸੀਂ ਕਈ ਬੀਬੀਆਂ ਨੂੰ ਜਾਣੇ, ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਪਿੰਡ 'ਚ ਨਾ ਗਵਾਂਢੀ ਜਾਂਦੇ ਹੁੰਦੇ ਸੀਗੇ ਮੋਰਚੇ ਤੇ। ਜਦੋਂ ਉਹਨਾਂ ਨੇ ਜਾਣਾ, ਉਹਨਾਂ ਨੂੰ ਪੁੱਛਣਾ ਵੀ ਚਲੋ ਹੁਣ ਤਾਂ ਆਪਾਂ ਬਾਬਾ ਜੀ ਕਹਿ ਦਿੰਦੇ, ਉਦੋਂ ਕਹਿਣਾ ਅੰਮਾ ਬਾਬਾ ਕਿੱਥੇ ਗਏ ਨੇ? ਉਹ ਗਏ ਨੇ ਕਿਸਾਨਾਂ ਦੀ ਕਾਨਫਰੰਸ ਆ। ਜਦੋਂ ਮਜ਼ਾਕ ਲੱਗਦਾ ਸੀਗਾ ਵੀ ਆਪਾਂ ਉਹਨਾਂ ਨੂੰ ਵਾਰ-ਵਾਰ ਪੁੱਛਣਾ, ਉਹਨੂੰ ਵਾਰ-ਵਾਰ ਜਾ ਕੇ ਫਿਰ ਅਖਬਾਰ ਤੇ ਆ ਕੇ ਦੇਖਣਾ ਵੀ ਕਾਨਫਰੰਸ ਕਿਵੇਂ ਲਿਖੀ ਹੋਈ ਆ। ਵੀ ਉਹ ਜਦੋਂ ਆਪਾਂ ਨੂੰ ਇਹ ਲੱਗਦਾ ਸੀਗਾ ਉਹ ਕੁਝ ਬੋਲਦੀ ਐਦਾਂ ਸੀਗੀ, ਉਹਨੂੰ ਜਾਣ ਕੇ ਵਾਰ-ਵਾਰ ਪੁੱਛਣਾ ਵੀ ਬਾਬਾ ਕਿੱਥੇ ਗਿਆ ਏ? ਉਹਨੇ ਕਹਿਣਾ ਵੀ ਕਾਨਫਰੰਸ ਅੱਜ। ਫਿਰ ਵਾਰ-ਵਾਰ ਉਹਨੂੰ ਜਾ ਕੇ ਵੀ ਚਾਂਬਲ ਕੇ ਬੋਲਦੀ ਆ। ਇਹ ਨਹੀਂ ਪਤਾ ਸੀ ਸਾਨੂੰ ਵੀ ਸਾਨੂੰ ਆਪ ਨੂੰ ਵੀ ਜਾਣਾ ਪੈਣਾ, ਆਪਾਂ ਨੂੰ ਵੀ ਸਾਨੂੰ ਜਾਣਾ ਪੈਣਾ। ਦਿੱਲੀ ਵੀ ਗਏ ਆ, ਸਭ ਕਿਤੇ ਟੋਲ ਪਲਾਜ਼ੇ ਜਿਸ ਤਰ੍ਹਾਂ ਵੀ ਘੇਰਿਆ, ਜੋ ਵੀ ਉਹ ਹੋਇਆ। ਹਾਲਾਂਕਿ ਪਰਿਵਾਰ 'ਚੋਂ ਇੰਨਾ ਉਹ ਵੀ ਨਹੀਂ ਸੀਗਾ, ਮੈਂ ਇਕੱਲੀ ਹੋ ਜਾਂਦੀ ਸੀਗੀ, ਕੋਈ ਨਹੀਂ ਜਾਂਦਾ, ਭੈਣ ਮੇਰੀ ਦੂਜੀ ਨਹੀਂ ਜਾਂਦੀ ਹੈਗੀ। ਜਾਂਦੇ ਰਹੇ, ਪੂਰੀ ਆਪਣਾ ਡਿਊਟੀ ਦਿੰਦੇ ਰਹੇ, ਜਿੱਥੇ ਵੀ ਧਰਨਾ ਲੱਗਦਾ ਰਿਹਾ ਹਰ ਕਿਤੇ ਜਾਂਦੇ ਰਹੇ। ਹੁਣ ਲੱਗਦਾ ਵੀ ਆਦੀ ਗੱਲ ਕਹਿਣੀ ਆ ਗਈ ਸਾਨੂੰ। ਹਾਂਜੀ ਹਾਂ, ਮੈਨੂੰ ਤਾਂ ਵੈਸੇ ਫਿਰਨ ਦਾ ਤਾਂ ਮੈਨੂੰ ਕੋਈ ਨਹੀਂ, ਮੈਂ ਤਾਂ ਬੰਬੇ ਤੱਕ ਵੀ ਰਹੀ, ਮੈਂ ਤਾਂ ਬੰਬੇ ਵੀ ਰਹਿ ਕੇ ਆਈ ਹਾਂ। ਮੈਨੂੰ ਫਿਰਨ ਨੂੰ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਈ ਆਪਾਂ ਨੇ ਨਹੀਂ ਜਾਣਾ। ਮੈਨੂੰ ਘਰੋਂ ਕਦੇ ਕਿਸੇ ਨੇ ਰੋਕਿਆ ਨਹੀਂ, ਰੋਕਿਆ ਮੈਨੂੰ ਕਿਸੇ ਨੇ ਨਹੀਂ। ਮੈਂ ਆਪਣਾ ਪੂਰਾ ਆਪਣੀ ਜ਼ਿੰਦਗੀ, ਚਲੋ ਜਿਸ ਤਰ੍ਹਾਂ ਵੀ ਘਰ 'ਚ ਪ੍ਰੋਬਲਮ ਆ ਗਈ ਸੀਗੀ, ਆਪਣਾ ਹੀ ਆਪ ਸਾਰਾ ਕੁਝ ਕੀਤਾ। ਮੈਨੂੰ ਨਹੀਂ ਲੱਗਦਾ ਹੈਗਾ ਵੀ ਬਾਹਰ, ਪਰ ਇਹ ਗੱਲ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਕਿਸਾਨਾਂ ਨਾਲ ਜਾ ਕੇ ਆਪਾਂ ਨੂੰ ਆਪਣੀ ਗੱਲ ਐਦਾਂ ਰੱਖਣੀ ਪੈਣੀ ਆ। ਭੈਣੇ, ਮੇਰਾ ਆਖਰੀ ਸਵਾਲ ਹੈ ਕਿ ਮੋਦੀ ਸਾਹਿਬ ਅੱਜ ਪੰਜਾਬ ਦੇ ਵਿੱਚ ਆਏ ਹੋਏ ਆ, ਕੁਝ ਜਥੇਬੰਦੀਆਂ ਨੇ ਉਹਨਾਂ ਦੇ ਵਿਰੋਧ ਦੇ ਬਾਰੇ 'ਚ ਕਿਹਾ ਵੀ ਵਿਰੋਧ ਕਰਾਂਗੇ, ਕੁਝ ਕਹਿੰਦੇ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਆ ਰਹੇ ਆ ਨਹੀਂ ਆ ਰਹੇ, ਕੁਝ ਨੇ ਕਿਹਾ ਵੀ ਅਸੀਂ ਤਾਂ ਕਹਿੰਦੇ ਆ ਵੀ ਆਉਣ, ਆ ਕੇ ਦੇਖਣ, ਵੀ ਕੀ ਪਤਾ ਉਹ ਕਿਸਾਨਾਂ ਲਈ ਕੋਈ ਵੱਡਾ ਐਲਾਨ ਕਰ ਦੇਣ ਤੇ ਕੱਲ੍ਹ ਨੂੰ ਲੋਕ ਕਹਿਣ ਵੀ ਜਥੇਬੰਦੀਆਂ ਨੇ ਨਹੀਂ ਕਰਨ ਦਿੱਤਾ। ਤੁਹਾਨੂੰ ਕੀ ਲੱਗਦਾ, ਜੇ ਮੋਦੀ ਸਾਹਿਬ ਆਏ ਆ ਤੁਹਾਨੂੰ ਸਵਾਗਤ ਕਰਨਾ ਚਾਹੀਦਾ ਸੀ ਜਾਂ ਨਹੀਂ ਕਰਨਾ ਚਾਹੀਦਾ ਸਾਨੂੰ ਸਵਾਗਤ? ਕਿਉਂਕਿ ਸਾਡੇ ਜੋ ਦੇਖੋ ਕਿਸੇ ਦਾ ਇੱਕ ਬੱਚਾ ਸ਼ਹੀਦ ਹੋਇਆ, ਸਾਡੇ ਆਪਣਾ ਮੇਰਾ ਦਿਓਰ ਵੀ ਸੀਗਾ, ਉਹ ਵੀ ਸ਼ਹੀਦ ਹੋਇਆ। ਹਾਂਜੀ, ਨਹੀਂ, ਸਾਨੂੰ ਨਹੀਂ ਚੰਗਾ ਲੱਗਿਆ ਹੈਗਾ।
ਨਹੀਂ ਚੰਗਾ ਲੱਗਿਆ। ਜੋ ਕਿਸਾਨ ਇੰਨੇ ਸ਼ਹੀਦ ਹੋ ਗਏ, ਉਦੋਂ ਤੱਕ ਤਾਂ ਮੋਦੀ ਨੇ ਇੱਕ ਗੱਲ ਵੀ ਐ ਨਹੀਂ ਕਹੀ ਵੀ ਅਸੀਂ ਵੀ ਹਾਂ ਕਿਸਾਨ ਸ਼ਹੀਦ ਹੋ ਗਏ। ਹਰ ਕੋਈ ਗੱਲ ਕਹਿੰਦਾ ਮੋਦੀ ਵੀ ਜੋ ਵੀ ਕੁਝ ਹੋ ਜਾਵੇ, ਪਰ ਕਿਸਾਨਾਂ ਬਾਰੇ ਨਹੀਂ ਉਹਨੇ ਕੁਝ ਵੀ ਕਿਹਾ ਹੈਗਾ ਵੀ ਇੰਨੇ ਕਿਸਾਨ ਸ਼ਹੀਦ ਹੋ ਚੁੱਕੇ। ਆਪਣੇ ਆਮ ਬਜ਼ੁਰਗ ਕਹਿ ਦਿੰਦੇ ਆ ਵੀ ਭਾਈ ਪਿੰਡ ਦੇ ਘਰ ਦੇ ਵਿੱਚ ਜੇ ਪ੍ਰਾਹੁਣਾ ਆਵੇ ਭਾਵੇਂ ਉਹਦੇ ਨਾਲ ਬੋਲਾ ਕੋਈ ਹੋਈ ਹੋਵੇ ਵੀ ਉਹਨੂੰ ਜੀ ਆਇਆਂ ਨੂੰ ਤਾਂ ਕਹਿਣਾ ਐਂ ਲੱਗਦਾ ਵੀ ਨਹੀਂ ਤੁਸੀਂ ਆ ਕੇ ਤੁਹਾਨੂੰ ਜੀ ਆਏ ਕਹਿਣਾ, ਜਿਹਨੂੰ ਕਹਿਣਾ ਉਹਨੂੰ ਕਹਿੰਦੇ ਆ, ਜਿਹਨੂੰ ਨਹੀਂ ਕਹਿਣਾ ਉਹਨੂੰ ਨਹੀਂ ਕਹਿੰਦੇ, ਨਹੀਂ ਕਹਿਣਾ ਹੈਗਾ, ਗੁੱਸਾ ਹੈ। ਸੋ ਹੈ ਮੋਦੀ ਸਾਹਿਬ ਦੇ ਆਇਆਂ ਦਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਸਵਾਗਤ ਕਰਨਾ ਹੈ ਉਹਨਾਂ ਨੂੰ ਕਰਨਾ ਹੈ, ਪਰ ਜਿਨ੍ਹਾਂ ਨੂੰ ਨਹੀਂ ਤੇ ਨਹੀਂ। ਸ਼ਾਇਦ ਮੋਦੀ ਸਾਹਿਬ ਵੀ ਪੰਜਾਬ ਦੀ ਨਬਜ਼ ਦੀ ਟੋਨ ਆ ਰਹੇ ਹੋਣ, ਦੇਖਣਾ ਚਾਹ ਰਹੇ ਹੋਣ ਕਿ ਪੰਜਾਬ ਦੇ ਲੋਕ ਕਿਵੇਂ ਦਾ ਰਿਐਕਟ ਕਰਦੇ ਆ। ਬਹੁਤ ਸਾਰੀਆਂ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ, ਉਹਨਾਂ ਦੇ ਵਿਰੋਧ ਦੇ ਵਿੱਚ ਨਿੱਤਰੀਆਂ ਹੋਈਆਂ। ਕੁਝ ਜਥੇਬੰਦੀਆਂ ਅਜੇ ਜਿਉਂ ਦੀਆਂ ਤਿਉਂ ਆਪਣੇ ਘਰਾਂ ਦੇ ਵਿੱਚ ਨੇ। ਉਹਨਾਂ ਨੇ ਕਿਹਾ ਕਿ ਆਉਣ ਨਾ ਅਸੀਂ ਸਵਾਗਤ ਕਰੀਏ ਤੇ ਨਾ ਹੀ ਅਸੀਂ ਵਿਰੋਧ ਕਰੀਏ। ਸੋ ਇਹਨਾਂ ਮਾਵਾਂ ਤੋਂ ਇਹ ਜ਼ਰੂਰ ਜਾਣਨ ਦੀ ਕੋਸ਼ਿਸ਼ ਕੀਤੀ ਆ, ਪਿੰਡਾਂ ਦੇ ਵਿੱਚ ਜਦੋਂ ਚੁੱਲ੍ਹੇ ਬਾਲ ਕੇ ਬੈਠੀਆਂ ਮਾਵਾਂ ਘਰ ਦੇ ਵਿੱਚ ਆਏ ਹੋਏ ਬਾਪੂ ਨੂੰ 6 ਮਹੀਨਿਆਂ ਬਾਅਦ ਜਦੋਂ ਦੇਖਦੀਆਂ ਕਿ ਪੈਲੀ ਦੇ ਵਿੱਚੋਂ ਕੁਝ ਬਚਿਆ ਕਿ ਨਹੀਂ ਬਚਿਆ, ਬੇਟਾਈਮਾ ਮੀਂਹ ਬੇਟਾਈਮੀ ਗੜੇਮਾਰੀ ਤੋਂ ਬਾਅਦ ਇਹਨਾਂ ਮਾਵਾਂ ਨੇ ਹੈਂਡਲ ਕਰਨਾ ਹੁੰਦਾ ਕਿ ਜਦੋਂ ਘਰ ਦੇ ਵਿੱਚ 6 ਮਹੀਨਿਆਂ ਬਾਅਦ ਬੱਜੀ ਆਸ ਦੇ ਉੱਤੇ ਪਾਣੀ ਫਿਰ ਜਾਂਦਾ ਤੇ ਇਹਨਾਂ ਨੇ ਦੇਖਣਾ ਹੁੰਦਾ ਵੀ ਬੱਚਿਆਂ ਦੀ ਫੀਸ ਕਿਵੇਂ, ਗੋਜਾਂ 'ਚ ਲੁਕੋਏ ਹੋਏ ਪੈਸੇ 2-2 4-400 ਉਹਦੇ ਵਿੱਚੋਂ ਕਿਵੇਂ ਪੂਰੀ ਕਰਨੀ ਆ ਤੇ ਬਾਪੂ ਨੂੰ ਸਲਫਾਸ ਦੀਆਂ ਗੋਲੀਆਂ ਖਾਣ ਤੋਂ ਵੀ ਕਿਵੇਂ ਬਚਾਉਣਾ। ਸੋ ਮੇਰੇ ਖਿਆਲ ਦੇ ਵਿੱਚ ਜਿੰਨਾ ਪੰਜਾਬ ਦੀਆਂ ਮਾਵਾਂ ਤੇ ਔਰਤਾਂ ਦੇ ਉੱਤੇ ਦਾਰੋਮਦਾਰ ਆ ਪੰਜਾਬ ਦੀ ਤਰੱਕੀ ਦਾ ਔਰ ਪੰਜਾਬ ਦੇ ਮਰਦਾਂ ਦਾ ਫਿਕਰ ਜਿਸ ਤਰੀਕੇ ਨਾਲ ਇਹ ਕਰਦੀਆਂ ਨੇ, ਮੇਰੇ ਖਿਆਲ ਦੇ ਵਿੱਚ ਕੋਈ ਹੋਰ ਇਹਨਾਂ ਬਰੀਕ ਚੀਜ਼ਾਂ ਨੂੰ ਸਮਝ ਨਹੀਂ ਸਕਦਾ ਜਦ ਤੱਕ ਉਹ ਧਰਾਤਲੀ ਤੌਰ ਤੇ ਇਹਨਾਂ ਲੋਕਾਂ ਦੇ ਵਿੱਚ ਵਿਚਰਦਾ ਨਹੀਂ। ਸੋ ਇਹਨਾਂ ਮਾਵਾਂ ਦੇ ਨਾਲ ਗੱਲਬਾਤ ਕਰਨ ਦੀ ਮੇਰੀ ਮਨਸ਼ਾ ਹੀ ਇਹ ਸੀ ਕਿ ਇਹਨਾਂ ਦੇ ਦਿਲਾਂ ਦੀਆਂ ਜਾਣੀਆਂ ਜਾਣ, ਇਹਨਾਂ ਤੋਂ ਸੁਣਿਆ ਜਾਵੇ, ਇਹਨਾਂ ਦੀ ਗੱਲ ਸੰਸਾਰ ਤੱਕ ਪਹੁੰਚੇ ਕਿ ਇਹ ਕਿਵੇਂ ਸੋਚਦੀਆਂ ਨੇ ਰਾਜਨੀਤਿਕ ਲੋਕਾਂ ਬਾਰੇ, ਕਿਸਾਨ ਆਗੂਆਂ ਬਾਰੇ, ਔਰ ਕਿਵੇਂ ਦਾ ਪੰਜਾਬ ਹੋਣਾ ਚਾਹੀਦਾ, ਕਿਵੇਂ ਦੀ ਤਰੱਕੀ ਪਿੰਡਾਂ ਦੇ ਵਿੱਚ ਅਜੇ ਹੋਰ ਹੋਣੀ ਬਾਕੀ ਆ। ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਦੇ ਵਿੱਚ ਆ। ਕਿਸੇ ਹੋਰ ਪਿੰਡ ਦੇ ਵਿੱਚ, ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਦੁਬਾਰਾ ਤੋਂ ਮਿਲਦੀਆਂ। ਹਾਲ ਦੀ ਘੜੀ ਦੌਣ ਕਲਾਂ ਦੀਆਂ ਬੀਬੀਆਂ ਦੀਆਂ ਇਹਨਾਂ ਗੱਲਾਂ ਦੇ ਨਾਲ ਲੈਂਦੀਆਂ ਇਜਾਜ਼ਤ। ਸ਼ੁਕਰੀਆ।